ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਭਗਤ ਵਸ਼ਲ ਸੁਨ ਕੈ ਅਸਬਾਨੀ, ਕੇਤਿਕ ਕਾਲ ਲਾਓ ਤੂਸ਼ਨ ਠਾਨੀ। ਤਹਿਸਿਨ ਲੇ ਮੂਖਕ ਮੰਜਾਰੀ, ਅਰਧ ਚਰਬ ਕਰ ਗੇਰ ਅਗਾਰੀ। ਭਗਤ ਵਸ਼ਲ ਸੁਨ ਕੈ ਅਸਬਾਨੀ, ਕੇਤਿਕ ਕਾਲ ਲਾਓ ਤੂਸ਼ਨ ਠਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰੱਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਬਾਬਾ ਲੈਣਾ ਜੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨਤਾ ਕਰਨੀ ਕੀਤੀ, ਆਮ ਸੰਗਤਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਜੀ ਦਾ ਰੁਝਾਨ ਜਿਹੜਾ ਹੈ ਬਾਬਾ ਲੈਣਾ ਜੀ ਦੇ ਵੱਲ ਬਹੁਤ ਜ਼ਿਆਦਾ ਹੈ। ਸੰਗਤਾਂ ਨੇ ਇਹ ਅਨੁਮਾਨ ਲਾਉਣਾ ਸ਼ੁਰੂ ਕਰ ਦਿੱਤਾ ਕਿ ਲੱਗਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਤੇ ਬਾਬਾ ਲੈਣਾ ਜੀ ਨੂੰ ਸੁਸ਼ੋਭਿਤ ਕਰਨਾ, ਤੇ ਆਪਸ ਦੇ ਵਿੱਚ ਇਹ ਵੀ ਵਿਚਾਰ ਕਰਦੇ ਹਨ ਕਿ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਗੁਰਤਾ ਗੱਦੀ ਦੇ ਲਾਇਕ ਹਨ, ਕਿਉਂਕਿ ਮਹਾਰਾਜ ਜੀ ਨੇ ਜਦੋਂ ਪਰਖ ਕਰਨੀ ਕੀਤੀ, ਜਦੋਂ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕੀਓ ਨ, ਜਾਂ ਸੁਧੋਸ ਤਾਂ ਲੈਣਾ ਟਿਕਿਓ ਨ। ਸਤਿਗੁਰੂ ਮਹਾਰਾਜ ਜੀ ਨੇ ਪਹਿਲੇ ਸਿੱਖਾਂ ਨੂੰ ਤੇ ਨਾਲ ਆਪਣੇ ਪੁੱਤਰਾਂ ਨੂੰ ਜਦੋਂ ਘੋਖਣਾ ਕੀਤਾ, ਜਦੋਂ ਉਹਨਾਂ ਦੀ ਪ੍ਰੀਖਿਆ ਲੈਣੀ ਕੀਤੀ ਹੈ, ਤੇ ਉਹਨਾਂ ਦੀ ਪ੍ਰੀਖਿਆ ਲੈ ਕਰਕੇ ਕਿਹਦੇ ਨਾਲ ਨਾ ਇਨਸਾਫੀ ਨਹੀਂ ਕੀਤੀ। ਇਹ ਨਹੀਂ ਹੈ ਕਿ ਭਾਈ ਕੋਈ ਕਹਿ ਦੇਵੇ ਕਿ ਭਾਈ ਮਹਾਰਾਜ ਜੀ ਨੇ ਪ੍ਰੀਖਿਆ ਨਹੀਂ ਲਈ ਹੈ। ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੀ ਆਪਣੇ ਪੁੱਤਰਾਂ ਦੀ ਪਰਖ ਜਦੋਂ ਕਰਨੀ ਕੀਤੀ, ਜਦੋਂ ਸਾਰਿਆਂ ਨੂੰ ਸੋਧਨਾ ਕੀਤਾ, ਤੇ ਬਾਬਾ ਲੈਣਾ ਜੀ ਸਤਿਗੁਰੂ ਮਹਾਰਾਜ ਜੀ ਦੇ ਕਸੌਟੀ ਦੇ ਉੱਤੇ ਖਰੇ ਉਤਰੇ ਹਨ। ਸਾਰੀਆਂ ਸੰਗਤਾਂ ਕਹਿੰਦੀਆਂ ਕਿ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇ ਅਧਿਕਾਰੀ ਹਨ, ਉਹਨਾਂ ਨੂੰ ਹੀ ਗੁਰਤਾ ਗੱਦੀ ਪ੍ਰਾਪਤ ਹੋਣੀ ਚਾਹੀਦੀ ਹੈ, ਕਿਉਂਕਿ ਦਾਤ ਜੋਤ ਖਸਮੈ ਵਡਿਆਈ, ਇਹ ਪ੍ਰਮਾਤਮਾ ਦੀ ਵਡਿਆਈ ਹੈ। ਇਹ ਦਾਤ ਦੇਣਾ ਤੇ ਆਪਣੀ ਜੋਤ ਸਤਿਗੁਰੂ ਮਹਾਰਾਜ ਦੂਜੇ ਗੁਰੂ ਦੇ ਵਿੱਚ ਟਿਕਾਉਣਾ, ਇਹ ਤਾਂ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਹੈ। ਜਿਹਨੂੰ ਪਾਉਂਦਾ ਸਤਿਗੁਰੂ ਮਹਾਰਾਜ ਉਹਨੂੰ ਇਹ ਵਡਿਆਈ ਦੇ ਸਕਦੇ ਹਨ, ਕਿਉਂਕਿ ਗੁਰਬਾਣੀ ਦੇ ਵਿੱਚ ਇਹ ਵੀ ਆਪਾਂ ਬਚਨ ਪੜ੍ਹਦੇ ਹਾਂ ਕਿ ਚੌ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਭਾਵ ਕਿ ਜਿਹੜਾ ਵੀ ਬਖੀਲੀ ਕਰਕੇ, ਈਰਖਾ ਦਵੈਖ ਕਰਕੇ, ਛਲ ਕਪਟ ਕਰਕੇ ਉਹ ਗੁਰੂ ਨਹੀਂ ਬਣ ਸਕਦਾ। ਜਿਹੜਾ ਸੇਵਕ ਬਣ ਕਰਕੇ ਸੇਵਾ ਕਰੇਗਾ ਤੇ ਉਹਦਾ ਹੀ ਨਿਸਤਾਰਾ ਹੋਵੇਗਾ, ਉਹਨੂੰ ਹੀ ਵਡਿਆਈ ਦੀ ਦਾਤ ਪ੍ਰਾਪਤ ਹੋਵੇਗੀ। ਜਦੋਂ ਇਹ ਗੱਲ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਸੀ ਤੇ ਮਾਤ ਸੁਲੱਖਣੀ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ, ਉਹਨਾਂ ਦੇ ਮਨ ਵਿੱਚ ਆਇਆ ਕਿ ਜੇ ਬਾਬਾ ਲੈਣਾ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ ਤੇ ਮੇਰੇ ਬੱਚੇ ਤਾਂ ਖਾਲੀ ਰਹਿ ਜਾਣਗੇ। ਤੇ ਇਸ ਯੋਗ ਪਿਤਾ ਜੀ ਆਪ ਜੀ ਦੇ ਅੱਗੇ ਮੈਂ ਬੇਨਤੀ ਕਰਦੀ ਹਾਂ, ਕਿਉਂਕਿ ਜੋ ਪਰਿਵਾਰ ਜਿਹੜਾ ਹੈ ਲੋਕਾਂ ਦਾ ਨਾਮ ਉਹਨਾਂ ਦੀ ਵੰਸ਼ ਦੇ ਨਾਲ, ਉਹਨਾਂ ਦੀ ਅਗਲੀ ਪੀੜ੍ਹੀ ਦੇ ਨਾਲ ਉਹਨਾਂ ਦਾ ਨਾਮ ਰੌਸ਼ਨ ਹੁੰਦਾ, ਤੇ ਇਸ ਤਰ੍ਹਾਂ ਹੀ ਜੇ ਆਪਣੇ ਬੱਚੇ ਪਿੱਛੇ ਰਹਿ ਜਾਣਗੇ ਤੇ ਫਿਰ ਕੁਲ ਦਾ ਨਾਮ ਲੈਣ ਵਾਲਾ ਕੌਣ ਰਵੇਗਾ। ਤੇ ਕਿਰਪਾ ਕਰਨਾ ਕਰੋ, ਆਪਣੇ ਜਿਹੜੇ ਬੱਚੇ ਹਨ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਇਹ ਵਡਿਆਈ ਦੇ ਲਾਇਕ ਹਨ, ਬਹੁਤ ਗੁਣਾਂ ਦੇ ਨਾਲ ਇਹ ਭਰੇ ਹੋਏ ਹਨ, ਤੇ ਆਪਣੇ ਬੱਚਿਆਂ ਨੂੰ ਛੱਡ ਕਰਕੇ ਗੁਰਤਾ ਗੱਦੀ ਦੂਜੇ ਨੂੰ ਆਪ ਜੀ ਦੇ ਦਿਓਗੇ, ਇਹ ਗੱਲ ਠੀਕ ਨਹੀਂ ਹੈ। ਆਦ ਕਾਲ ਤੋਂ ਹੀ ਜਿੰਨੇ ਵੀ ਮਹਾਂਪੁਰਖ ਹੋਏ, ਜਿਹੜੇ ਅਵਤਾਰੀ ਹੋਏ ਹਨ, ਉਹਨਾਂ ਨੇ ਆਪਣੇ ਤੋਂ ਬਾਅਦ ਆਪਣੀ ਥਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਬਿਠਾਉਣਾ ਕੀਤਾ, ਤੇ ਸਤਿਗੁਰੂ ਮਹਾਰਾਜ ਸੁਣਿਆ ਆਪ ਆਪਣੇ ਸੇਵਕ ਨੂੰ ਵਡਿਆਈ ਦੇਣਾ ਚਾਹੁੰਦੇ ਹੋ, ਇਹਦਾ ਕੀ ਕਾਰਨ ਹੈ? ਇਹਦੇ ਨਾਲ ਆਪਣੇ ਬੱਚਿਆਂ ਦੇ ਉੱਤੇ ਨਾ ਇਨਸਾਫੀ ਹੋਵੇਗੀ।
ਜਦੋਂ ਮਾਤ ਸੁਲੱਖਣੀ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨੀ ਕੀਤੀ ਹੈ, ਬਚਨ ਕਰਨਾ ਕੀਤਾ, ਅੱਗੋਂ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਕੌਤਕ ਵਰਤਾਇਆ, ਜੋ ਫਿਰ ਤੋਂ ਪਰਚਾ ਪਾ ਦਿੱਤਾ ਮਹਾਰਾਜ ਜੀ ਨੇ, ਫਿਰ ਤੋਂ ਪ੍ਰੀਖਿਆ ਲੈਣੀ ਕੀਤੀ ਹੈ, ਉਹ ਇਤਿਹਾਸ ਆਪਾਂ ਅੱਜ ਦੇ ਦੀਵਾਨ ਦੇ ਵਿੱਚ ਸਰਵਣ ਕਰਨਾ। ਕੋਈ ਵੀ ਰਸਨਾ ਵਾਂਝੀ ਨਾ ਰਵੇ ਸਤਿਗੁਰੂ ਮਹਾਰਾਜ ਜੀ ਦੇ ਦਰ ਦੇ ਉੱਤੇ, ਤੇ ਦਾਸ ਨੂੰ ਅਸੀਸ ਵਜੋਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਭਗਤ ਵਤਸਲ ਸੁਨ ਕੈ ਅਸਬਾਨੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਬਿਰਦ ਜਿਹੜਾ ਹੈ ਭਗਤ ਵਤਸਲ ਹੈ, ਭਗਤਾਂ ਦੀ ਰਾਖੀ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹੋ ਜਿਹਾ ਬਚਨ ਜਦੋਂ ਸਰਵਣ ਕਰਨਾ ਕੀਤਾ, ਕੀਤਿਕ ਤੋਂ ਕੋਈ ਜਵਾਬ ਨਹੀਂ ਦਿੱਤਾ। ਕਿਤਕ ਕਾਲ ਦਾ ਮਤਲਬ ਕਿ ਕੁਛ ਕੋ ਸਮਾਂ ਮਾਤ ਜੀਆਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ। ਸਤਿਗੁਰੂ ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪੀ ਨੂੰ ਧਾਰਨ ਕਰਕੇ ਬੈਠੇ ਹਨ। ਤਹਿ ਛਿਨ ਲੇ ਮੂਖਕ ਮੰਜਾਰੇ। ਉਸੇ ਵੇਲੇ ਕੀ ਹੋਇਆ ਪਿਆਰਿਓ, ਇੱਕ ਕੌਤਕ ਵਰਤ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮਾਤਾ ਜੀ, ਗੁਰੂ ਸਪੁੱਤਰ ਤੇ ਨਾਲ ਸਿੱਖ ਸੰਗਤਾਂ ਬੈਠੀਆਂ ਹੋਈਆਂ ਹਨ ਦਰਬਾਰ ਸਾਹਿਬ ਦੇ ਵਿੱਚ। ਤੇ ਜਦੋਂ ਮਾਤ ਜੀ ਨੇ ਬਚਨ ਕੀਤਾ, ਮਹਾਰਾਜ ਜੀ ਚੁੱਪ ਬੈਠੇ ਹੋਏ। ਅਚਨਚੇਤ ਕੀ ਹੋਇਆ, ਤੇ ਇੱਕ ਮੰਜਾਰ ਜਿਹੜਾ ਭਾਵ ਕਿ ਬਿੱਲਾ ਜਿਹੜਾ ਹੈ, ਉਹ ਆਪਣੇ ਮੂੰਹ ਦੇ ਵਿੱਚ ਮਰਿਆ ਹੋਇਆ ਚੂਹਾ ਲਿਆਇਆ। ਅਰਧ ਚਰਬ ਕਰ ਗੇਰ ਅਗਾਰੇ। ਉਹਨੇ ਕੀ ਕਰਨਾ ਕੀਤਾ, ਚੂਹੇ ਦਾ ਸ਼ਿਕਾਰ ਕਰਕੇ ਅੱਧਾ ਤਾਂ ਚੂਹਾ ਉਹਨੇ ਖਾ ਲਿਆ, ਅੱਧਾ ਬਚਿਆ ਹੋਇਆ ਜਿਹੜਾ ਹੈ ਉਹ ਆਪਣੇ ਮੂੰਹ ਦੇ ਵਿੱਚ ਫੜ ਕਰਕੇ ਨਿਕਲ ਰਿਹਾ ਸੀ। ਤੇ ਜਿੱਥੇ ਸਤਿਗੁਰੂ ਮਹਾਰਾਜ ਸੰਗਤਾਂ ਦੇ ਸੰਯੁਕਤ ਬੈਠੇ ਹੋਏ ਹਨ, ਇਹ ਸਤਿਗੁਰੂ ਮਹਾਰਾਜ ਨੇ ਆਪ ਲੀਲਾ ਵਰਤਾਈ ਪਰਖ ਕਰਨ ਵਾਸਤੇ। ਅਚਨਚੇਤ ਉਹ ਬਿੱਲਾ ਜਿਹੜਾ ਹੈ ਉਹਨੇ ਮਰਿਆ ਹੋਇਆ ਅੱਧ ਖਾਦਾ ਚੂਹਾ ਜਿਹੜਾ ਲਿਆ ਕਰਕੇ ਉਥੇ ਸੁੱਟ ਦਿੱਤਾ ਤੇ ਅੱਗੇ ਉਹ ਭੱਜ ਗਿਆ, ਦੌੜ ਗਿਆ। ਸਿੱਖਨ ਡਰਾਈ ਭੈ ਕਰ ਭਾਗੇ। ਉਹਨੂੰ ਵੇਖ ਕਰਕੇ ਸਿੱਖਾਂ ਨੇ ਉਹਨੂੰ ਦਬਕਾ ਮਾਰਿਆ। ਜਦੋਂ ਆ ਬਿੱਲਾ ਲੈ ਕੇ ਜਾ ਰਿਹਾ ਸੀ, ਸਿੱਖਾਂ ਨੇ ਜਦੋਂ ਉਹਨੂੰ ਭੈ ਦਿੱਤਾ, ਆਵਾਜ਼ ਲਾਈ, ਤੇ ਬਿੱਲਾ ਇੱਕਦਮ ਡਰ ਗਿਆ ਤੇ ਉਹਨੇ ਚੂਹਾ ਜਿਹੜਾ ਉੱਥੇ ਮੂਖਕ ਪਰੀ ਰਹੀ ਤਹ ਆਗੇ। ਉਹ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਅੱਧ ਖਾਦਾ ਚੂਹਾ ਜਿਹੜਾ ਹੈ, ਆਂਧੜੀਆਂ ਜਿਹਦੀਆਂ ਬਾਹਰ ਨਿਕਲੀਆਂ ਹੋਈਆਂ ਹਨ, ਉਹ ਚੂਹਾ ਉੱਥੇ ਹੀ ਮਰਿਆ ਪਿਆ ਹੋਇਆ ਹੈ। ਕਿਰਪਾ ਨਿਧਾਨ ਜਬ ਹੈ ਚਖ ਦੇਖੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਉਸ ਚੂਹੇ ਨੂੰ ਜਦੋਂ ਤੱਕਣਾ ਕੀਤਾ, ਵੇਖਣਾ ਕੀਤਾ, ਕਰਨ ਸੁਲਖਣੀ ਨਿਸ਼ਾ ਵਿਸੇਖੀ। ਸਤਿਗੁਰੂ ਮਹਾਰਾਜ ਮਾਤ ਸੁਲਖਣੀ ਜੀ ਦੀ ਨਿਸ਼ਾ ਭਾਵ ਕਿ ਉਹਨਾਂ ਦੀ ਤਸੱਲੀ ਕਰਾਉਣ ਦੇ ਵਾਸਤੇ, ਕਿਉਂਕਿ ਮਾਤ ਜੀਆਂ ਨੇ ਬਚਨ ਕੀਤਾ ਨਾ ਕਿ ਸਤਿਗੁਰੂ ਮਹਾਰਾਜ ਜੇ ਆਪ ਦੀ ਗੁਰਤਾ ਗੱਦੀ ਆਪਣਾ ਸਭ ਕੁਝ ਆਪਣੇ ਸੇਵਕ ਨੂੰ ਦੇ ਦਿਓਗੇ ਤੇ ਆਪ ਜੀ ਦੇ ਸਪੁੱਤਰ ਜਿਹੜੇ ਹਨ, ਆਪ ਜੀ ਦੀ ਵਾਂਛਤਾ ਖਾਲੀ ਰਹਿ ਜਾਵੇਗੀ। ਉਹਨਾਂ ਦਾ ਲਾਲਨ ਪਾਲਣ ਕਿਸ ਤਰ੍ਹਾਂ ਹੋਵੇਗਾ, ਭਾਵ ਕਿ ਫਿਰ ਸੇਵਕ ਨੂੰ ਜਦੋਂ ਹੱਕ ਮਿਲ ਜਾਵੇਗਾ ਉਹ ਫਿਰ ਵਾਂਝੇ ਰਹਿ ਜਾਣਗੇ। ਇਹ ਜਦੋਂ ਉਹਨਾਂ ਨੇ ਬਚਨ ਕਰਨਾ ਕੀਤਾ ਤੇ ਇਹ ਵੀ ਕਿਹਾ ਕਿ ਕਿਰਪਾ ਕਰੋ ਮਹਾਰਾਜ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ, ਇਹਨਾਂ ਦੇ ਅੰਦਰ ਲਿਆਕਤ ਭਰੀ ਹੋਈ ਹੈ। ਇੰਜ ਨਹੀਂ ਹੈ ਕਿ ਭਾਈ ਇਹ ਨਿਕੰਮੇ ਹਨ, ਕੋਈ ਇਹਨਾਂ ਦੇ ਅੰਦਰ ਗੁਣ ਨਹੀਂ ਹੈ, ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਗੁਣ ਹਨ। ਤੇ ਕਿਰਪਾ ਕਰਕੇ ਇਹਨਾਂ ਦੇ ਵਿੱਚੋਂ ਕਿਹਨੂੰ ਆਪ ਜੀ ਗੁਰਤਾ ਗੱਦੀ ਦੇ ਦਿਓ, ਤਾਂ ਫਿਰ ਘਰ ਹੈ ਕੀ ਵਥ ਘਰੇ ਰਹਾਵੈ। ਘਰ ਦੀ ਵਸਤੂ ਜਿਹੜੀ ਹੈ ਘਰ ਦੇ ਵਿੱਚ ਹੀ ਰਹਿ ਜਾਵੇਗੀ।
ਆਪਣੀ ਵੰਸ਼ ਵੀ ਅੱਗੇ ਵਧੇਗੀ ਤੇ ਨਾਲ ਬਹੁਤ ਜ਼ਿਆਦਾ ਆਪਣੇ ਵੰਸ਼ ਦਾ ਜਸ ਹੋਵੇਗਾ। ਤੇ ਸਤਿਗੁਰੂ ਮਹਾਰਾਜ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਵਡਿਆਈ ਸੇਵਕ ਨੂੰ ਦੇਣੀ ਸੀ, ਜਿਹੜਾ ਪਿਆਰਿਓ ਲਿਆਕਤ ਦੇ ਨਾਲ ਭਰਿਆ ਹੋਇਆ ਹੈ, ਜੋ ਸੱਚਮੁੱਚ ਗੁਰਤਾ ਗੱਦੀ ਦੇ ਲਾਇਕ ਹੈ, ਤੇ ਮਹਾਰਾਜ ਜੀ ਨੇ ਗੁਰਤਾ ਗੱਦੀ ਤਾਂ ਉਹਨੂੰ ਦੇਣੀ ਸੀ। ਇਹਦੀ ਨਿਸ਼ਾ ਕਰਾਉਣ ਵਾਸਤੇ, ਇਹਦੀ ਤਸੱਲੀ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਕੌਤਕ ਵਰਤਨਾ ਕੀਤਾ, ਪਰਖ ਕਰਨੀ ਕੀਤੀ। ਸ੍ਰੀ ਚੰਦ ਸੋ ਗਿਰਾ ਅਲਾਈ। ਸਤਿਗੁਰੂ ਮਹਾਰਾਜ ਜੀ ਨੇ ਮਰਿਆ ਜੂਆ ਵੇਖ ਕਰਕੇ ਬਾਬਾ ਸ਼੍ਰੀ ਚੰਦ ਦੇ ਤਾਈ ਬਚਨ ਕੀਤਾ। ਮੂਖਕ ਪਰੀ ਨਾ ਭਲ ਇਹ ਥਾਈ। ਕਹਿੰਦੇ ਬਾਬਾ ਸ਼੍ਰੀ ਚੰਦ ਨੂੰ ਕਿ ਵੇ ਸ਼੍ਰੀ ਚੰਦਾ, ਆ ਮਰਿਆ ਚੂਆ ਜਿਹੜਾ ਹੈ, ਅਧਖਾ ਦਾ ਚੂਆ ਇੱਥੇ ਪਿਆ ਹੋਇਆ, ਇਹ ਚੰਗਾ ਨਹੀਂ ਲੱਗ ਰਿਹਾ। ਨਿਜ ਕਰ ਸੰਗ ਉਚਾਈ ਲਿਜਾਵੋ। ਇਹਨੂੰ ਆਪਣੇ ਹੱਥ ਦੇ ਨਾਲ ਉਠਾ ਕਰਕੇ ਤੂੰ ਬਾਹਰ ਸੁੱਟ ਕੇ ਆਉਣਾ ਕਰ। ਬਾਹਿਰ ਦਰਗੇ ਰਹੋ ਪੁਨ ਆਵੋ। ਬਾਹਰ ਜਾ ਕਰਕੇ ਆਪਣੇ ਹੱਥ ਦੇ ਨਾਲ ਇਹਨੂੰ ਚੁੱਪ ਕਰਕੇ ਤੇ ਕੂੜਦਾਨ ਦੇ ਵਿੱਚ ਬਾਹਰ ਇਹਨੂੰ ਸੁੱਟ ਕਰਕੇ ਵਾਪਸ ਆਉਣਾ ਕਰੋ। ਸ੍ਰੀ ਚੰਦ ਸੁਨ ਬੈਨ ਅਲਾਏ। ਇਹ ਸੁਣ ਕਰਕੇ ਅੱਗੋਂ ਬਾਬੇ ਸ਼੍ਰੀ ਚੰਦ ਨੇ ਸਤਿਗੁਰੂ ਮਹਾਰਾਜ ਜੀ ਦੇ ਤਾਈ ਬਚਨ ਕੀਤਾ। ਦੇਖੇ ਮੈਂ ਇਸ਼ਟੀ ਬਹੁ ਥਾਏ। ਕਹਿੰਦਾ ਸਤਿਗੁਰੂ ਮਹਾਰਾਜ, ਮੈਂ ਤਾਂ ਬਹੁਤ ਵੱਡੇ ਚੇਟਕੀ ਜਿਹੜੇ ਮਦਾਰੀ ਜਿਹੜੇ ਉਹਨਾਂ ਨੂੰ ਵੇਖਣਾ ਕੀਤਾ। ਭਾਵ ਕਿ ਬਾਬਾ ਸ਼੍ਰੀ ਚੰਦ ਨੇ ਕਿਹਾ, ਲੱਗਦਾ ਸਤਿਗੁਰੂ ਮਹਾਰਾਜ ਇਹ ਆਪ ਜੀ ਦੀ ਕੋਈ ਚੇਟਕ ਹੈ, ਭਾਵ ਕਿ ਆਪ ਜੀ ਕੋਈ ਜਾਦੂ ਟੂਣਾ ਕਰ ਰਹੇ ਹੋ। ਖਾਲਨ ਕੀ ਮੰਜਾਰ ਬਨਾਵਤ। ਲੱਗਦਾ ਆਪ ਜੀ ਨੇ ਖਲ ਦੀ ਜਿਹੜੀ ਇੱਕ ਮੰਜਾਰ ਜਿਹੜੀ ਹੈ ਝੂਠ ਮੂਠ ਦੀ, ਜਿਸ ਤਰ੍ਹਾਂ ਕਿ ਜਿਹੜੇ ਜਾਦੂਗਰ ਹੁੰਦੇ ਹਨ, ਜਿਹੜੇ ਕਰਾਮਾਤੀ ਹੁੰਦੇ ਹਨ, ਉਹ ਤਰ੍ਹਾਂ ਤਰ੍ਹਾਂ ਦੇ ਕੋਈ ਜਾਨਵਰ ਆਦਿਕ ਬਣਾ ਲੈਂਦੇ। ਇਹ ਸਭ ਉਹਨਾਂ ਦੀ ਇੱਕ ਮਾਇਆ ਹੁੰਦੀ ਹੈ, ਉਹ ਸਭ ਇੱਕ ਛਲਾਵਾ ਹੁੰਦਾ। ਲੱਗਦਾ ਸਤਿਗੁਰੂ ਮਹਾਰਾਜ ਆਪ ਜੀ ਨੇ ਫਿਰ ਤੋਂ ਸਾਨੂੰ ਛਲਣ ਦੇ ਵਾਸਤੇ ਇੱਕ ਨਕਲੀ ਜਿਹੜੀ ਹੈ ਬਿੱਲੀ ਬਣਾ ਕਰਕੇ ਤੇ ਨਾਲ ਮਰਿਆ ਚੂਹਾ ਆਪ ਜੀ ਨੇ ਬਣਾ ਲਿਆ। ਪੰਖ ਕਬੂਤਰ ਕਰਹਿ ਉਡਾਵਤ। ਉਹ ਕੀ ਕਰਦੇ, ਨਾਲ ਇਹ ਵੀ ਬਚਨ ਕਰਨਾ ਕੀਤਾ ਕਿ ਕਈ ਜਿਹੜੀ ਮਦਾਰੀਗਿਰੀ ਜਿਹੜੇ ਕਰਨ ਵਾਲੇ ਹੁੰਦੇ ਹਨ, ਤੇ ਉਹ ਕੀ ਕਰਦੇ, ਕਈ ਵਾਰੀ ਪਿਆਰਿਓ ਇਹ ਜੋ ਹੈ ਇਹ ਹੋ ਸਕਦਾ ਇਹ ਟਰੀਕ ਜਿਹੜੀ ਆ ਜਾਦੂ ਦੀ, ਇਹ ਕਰਾਮਾਤ ਆਪ ਜੀ ਨੇ ਵੀ ਵੇਖਿਆ ਹੋਵੇਗਾ। ਜਿਸ ਤਰ੍ਹਾਂ ਕਿ ਕੋਈ ਮਦਾਰੀਗਿਰੀ ਕਰਨ ਵਾਲਾ ਇੱਕ ਖਾਲੀ ਡੱਬਾ ਲੈ ਲੈਂਦਾ, ਸਾਨੂੰ ਦਿਖਾਉਂਦਾ, ਦੇਖੋ ਬੱਚੋ ਆ ਡੱਬਾ ਖਾਲੀ ਹੈ, ਆਪਾਂ ਵੀ ਵੇਖਦੇ ਹਾਂ ਹਾਂਜੀ ਖਾਲੀ ਹੈ। ਉਹਦੇ ਕੋਲ ਇਸ ਤਰ੍ਹਾਂ ਦੀ ਟਰੀਕ ਹੁੰਦੀ ਹੈ, ਇਸ ਤਰ੍ਹਾਂ ਛਲਾਵਾ ਹੁੰਦਾ। ਫਿਰ ਉਹਨੂੰ ਬੰਦ ਕਰਕੇ ਫਿਰ ਐ ਕੁਝ ਘੁੜਮ ਨੂੰ ਕੱਢਦਾ ਤੇ ਉਹਦੇ ਵਿੱਚੋਂ ਕਬੂਤਰ ਨਿਕਲ ਕੇ ਆਉਂਦਾ, ਕਬੂਤਰ ਨੂੰ ਉਡਾ ਦਿੰਦਾ। ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਿ ਲੱਗਦਾ ਸਤਿਗੁਰੂ ਮਹਾਰਾਜ ਇਹੋ ਜਿਹੇ ਚੇਟਕ, ਇਹੋ ਜਿਹੀਆਂ ਕਰਾਮਾਤਾਂ ਮੈਨੇ ਬਥੇਰੀਆਂ ਦੇਖੀਆਂ। ਕਰਹੁ ਰੀਤ ਕਛ ਤਿਨ ਹੈ ਸਮਾਨਾ। ਲੱਗਦਾ ਆਪ ਜੀ ਵੀ ਮਹਾਰਾਜ ਸਾਨੂੰ ਛਲਣ ਦੇ ਵਾਸਤੇ ਇਹੋ ਜੀ ਚੇਟਕੀ ਦੀ ਕੋਈ ਰੀਤੀ ਕਰ ਰਹੇ ਹੋ, ਕੋਈ ਜਾਦੂ ਟੋਨਾ ਤਾਂ ਨਹੀਂ ਕਰ ਰਹੇ ਹੋ ਸਾਡੇ ਨਾਲ। ਛਟਿਓ ਕਪਟ ਤੁਮ ਮੈਂ ਮਨ ਜਾਣਾ। ਲੱਗਦਾ ਮੈਨੂੰ ਆਪਣੇ ਮਨ ਵਿੱਚ ਲੱਗਿਆ ਕਿ ਆਪ ਜੀ ਨੇ ਇਹ ਸਾਡੇ ਨਾਲ ਕੋਈ ਛਲ ਕਪਟ ਕਰਨਾ ਕੀਤਾ, ਕੋਈ ਛਲਾਵਾ ਆਪ ਜੀ ਸਾਡੇ ਨਾਲ ਕਰ ਰਹੇ ਹੋ। ਸ਼ੂਕਰ ਕੂਕਰ ਨਿਜ ਸੰਗ ਲਾਏ। ਕਿਉਂਕਿ ਇਸ ਤੋਂ ਪਹਿਲੇ ਵੀ ਇਹੋ ਜਿਹਾ ਛਲਾਵਾ ਆਪ ਜੀ ਨੇ ਬਥੇਰਾ ਕੀਤਾ ਹੈ। ਜਦੋਂ ਆਪ ਜੀ ਨੇ ਧਾਨਖ ਦਾ ਰੂਪ ਧਾਰਨ ਕੀਤਾ, ਸਾਂਸੀਆਂ ਦਾ ਰੂਪ ਆਪ ਜੀ ਨੇ ਧਾਰਨ ਕੀਤਾ, ਤੇ ਨਗਰ ਦੇ ਬਾਰ-ਬਾਰ ਆਪ ਜੀ ਵਿਚਰਦੇ ਸੀ। ਕਈ ਕੁੱਤਿਆਂ ਨੂੰ, ਕਈ ਜਿਹੜੇ ਸੂਰਾਂ ਨੂੰ ਆਪ ਜੀ ਨੇ ਆਪਣੇ ਮਗਰ ਲਾਉਣਾ ਕੀਤਾ। ਇਹ ਕੁਛ ਵੀ ਨਹੀਂ ਮਹਾਰਾਜ, ਇਹ ਆਪ ਜੀ ਦੀ ਮਾਇਆ ਹੈ। ਤੇ ਇਹ ਵੀ ਮਹਾਰਾਜ ਸਾਡੇ ਨਾਲ ਆਪ ਜੀ ਛਲਾਵਾ ਕਰ ਰਹੇ ਹੋ, ਸਾਨੂੰ ਆਪ ਜੀ ਆਪਣਾ ਕੋਈ ਚੇਟਕ ਦਿਖਾ ਰਹੇ ਹੋ। ਵਹਿਰ ਫਿਰੇ ਸ਼ਵ ਕੋ ਦਿਖ ਰਾਏ। ਫਿਰ ਬਾਰ-ਬਾਰ ਜਾ ਕਰਕੇ ਆਪ ਨੇ ਸਾਰਿਆਂ ਨੂੰ ਕਿਹਾ ਕਿ ਭਾਈ ਆ ਮੁਰਦਾ ਜਿਹੜਾ ਖਾਣਾ ਕਰੋ, ਤੇ ਇੱਕ ਸੜਿਆ ਮੁਰਦਾ ਜਿਹੜਾ ਆਪ ਜੀ ਨੇ ਦਿਖਾਉਣਾ ਕੀਤਾ। ਕਰ ਕਹਿ ਦਇਓ ਤਿਹਾਵਲ ਸੂਈ। ਤੇ ਮੁਰਦਾ ਜਾਣ ਕਰਕੇ, ਸੜਿਆ ਮੁਰਦਾ ਜਾਣ ਕਰਕੇ ਜਦੋਂ ਸਾਰੇ ਪਿੱਛੇ ਹਟ ਗਏ, ਸਾਰੇ ਦੌੜ ਗਏ, ਸਾਰਿਆਂ ਨੇ ਇਨਕਾਰ ਕਰ ਦਿੱਤਾ, ਨਹੀਂ ਮਹਾਰਾਜ ਇਹ ਮੁਰਦਾ ਮਰਿਆ ਹੋਇਆ ਅਸੀਂ ਕਿਸ ਤਰ੍ਹਾਂ ਖਾ ਸਕਦੇ ਹਾਂ। ਤੇ ਫਿਰ ਜਦੋਂ ਆਪ ਦੇ ਸੇਵਕ ਨੇ ਬਾਬਾ ਲੈਣਾ ਜੀ ਨੇ
ਉਹਨੂੰ ਛਕਣ ਦਾ ਮਨ ਬਣਾਇਆ, ਇੱਛਾ ਜ਼ਾਹਿਰ ਕਰਨੀ ਕੀਤੀ। ਜਦੋਂ ਛਕਣ ਵਾਸਤੇ ਮੁੜਦੇ ਦੇ ਲਾਗੇ ਗਏ, ਕੱਪੜਾ ਹਟਾ ਕਰਕੇ ਕੀ ਤੱਕਦੇ ਕਿ ਭਾਈ ਉਹ ਮੁੜਦਾ ਨਹੀਂ ਹੈ, ਉਹਦੇ ਵਿੱਚ ਤਾਂ ਤਿਹਾਵਲ ਪਈ ਹੋਈ ਹੈ, ਕੜਾ ਪ੍ਰਸ਼ਾਦ ਦੀ ਦੇਗ ਪਈ ਹੋਈ ਸੀ। ਇਹ ਵੀ ਤਾਂ ਮਹਾਰਾਜ ਆਪ ਜੀ ਨੇ ਛਲਾਵਾ ਕਰਨਾ ਕੀਤਾ ਸਿੱਖਾਂ ਦੇ ਨਾਲ। ਇਹੋ ਜਿਹਾ ਆਪ ਜੀ ਨੇ ਬਾਹਰੋਂ ਤਾਂ ਇੰਜ ਲੱਗ ਰਿਹਾ ਸੀ ਕਿ ਭਾਈ ਕੋਈ ਮਰਿਆ ਹੋਇਆ ਮੁੜਦਾ ਪਿਆ ਹੋਇਆ, ਲੇਕਿਨ ਜਦੋਂ ਉਹ ਕੱਪੜਾ ਲਾ ਕਰਕੇ ਤੱਕਿਆ ਤਾਂ ਪਤਾ ਚੱਲਿਆ ਕਿ ਭਾਈ ਇਹ ਮੁੜਦਾ ਨਹੀਂ ਹੈ। ਮੁਰਦੇ ਦੇ ਆਕਾਰ ਦੇ ਵਿੱਚ ਆਪ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਰੱਖੀ ਹੋਈ ਹੈ। ਕੋ ਐਸੋ ਛਲ ਬਹਰੋ ਹੋਈ, ਲੱਗਦਾ ਮਹਾਰਾਜ ਇਹੋ ਜਿਹਾ ਕੋਈ ਛਲਾਵਾ ਜਿਹੜਾ ਹੈ ਆਪ ਜੀ ਹੁਣ ਸਾਡੇ ਨਾਲ ਕਰ ਰਹੇ ਹੋ। ਇਹ ਨਹੀਂ ਕਹਿੰਦੇ ਕਿ ਨਹੀਂ ਮਹਾਰਾਜ ਮੈਂ ਇਹ ਕੰਮ ਨਹੀਂ ਕਰ ਸਕਦਾ, ਕਿਉਂਕਿ ਕਈ ਪਿਆਰਿਓ ਕੀ ਕਰਦੇ ਹਨ ਕਿ ਜਦੋਂ ਕੋਈ ਉਹਨਾਂ ਨੂੰ ਸੇਵਾ ਲਾਓ, ਕੋਈ ਗੱਲ ਉਹਨਾਂ ਨੂੰ ਦੱਸੋ, ਕੰਮ ਦੇ ਉੱਤੇ ਲਾਓ, ਤੇ ਕਈ ਬੜੇ ਚਲਾਕ ਹੁੰਦੇ ਹਨ। ਇਹ ਨਹੀਂ ਕਹਿ ਦਿੰਦੇ ਕਿ ਭਾਈ ਮੈਂ ਇਹ ਕੰਮ ਨਹੀਂ ਕਰਨਾ, ਉਹ ਫਿਰ 10 ਪ੍ਰਸ਼ਨ ਜਿਹੜੇ ਕਹਿਣ ਵਾਲੇ ਨੂੰ ਲਾ ਦਿੰਦੇ, ਕੀ ਕਰਾਂ, ਕਿਸ ਤਰ੍ਹਾਂ ਜਾਵਾਂ, ਕਿਹਨੂੰ ਲੈ ਕੇ ਆਵਾਂ। ਇਸ ਤਰ੍ਹਾਂ ਜਦੋਂ ਬੋਲ ਦਿੰਦੇ ਤੇ ਅਗਲਾ ਕਹਿ ਦਿੰਦਾ ਨਹੀਂ ਭਾਈ ਤੂੰ ਬਹਿ ਜਾ, ਲੱਗਦਾ ਤੇਰੇ ਤੋਂ ਕੰਮ ਨਹੀਂ ਹੋਣਾ, ਚੱਲ ਤੂੰ ਰਹਿ ਜਾ, ਅਸੀਂ ਉਹ ਕੰਮ ਕਰਦੇ ਆ। ਕਈ ਪਿਆਰਿਓ ਇਹੋ ਜਿਹੀ ਬਿਰਤੀ ਦੇ ਲੋਕ ਅਸੀਂ ਵੇਖਦੇ ਹਾਂ ਗੁਰੂ ਘਰ ਦੇ ਵਿੱਚ ਕਈ ਸੇਵਾਦਾਰ ਤੇ ਜਿਨ੍ਹਾਂ ਨੂੰ ਕੰਮ ਚੋਰੀ ਪਨਾ ਆ ਜਾਵੇ, ਜਿਹੜੇ ਗੁਰੂ ਘਰ ਦੇ ਵਿੱਚ ਸੇਵਾਦਾਰ ਰਹਿ ਕਰਕੇ ਜਿਨ੍ਹਾਂ ਨੂੰ ਸੇਵਾ ਨਹੀਂ ਕਰਨੀ ਹੋਵੇ, ਉਹ ਇਸ ਤਰ੍ਹਾਂ ਹੀ ਕਰਦੇ ਹਨ, ਚਲਾਕੀਆਂ ਵਰਤਦੇ। ਤੇ ਜਦੋਂ ਕੋਈ ਕੰਮ ਹੋ ਜਾਵੇ ਕਹਿ ਦਿੰਦੇ ਜੀ ਨਹੀਂ ਜੀ ਮੈਂ ਉਹ ਨਹੀਂ ਕਰ ਸਕਦਾ, ਮੈਂ ਉਹ ਨਹੀਂ ਕਰ ਸਕਦਾ, ਕੋਈ ਗਲਤੀ ਹੋ ਜਾਵੇਗੀ, ਬੜੀ ਪਰੇਸ਼ਾਨੀ ਹੋ ਜਾਵੇਗੀ। ਇਹਦੇ ਨਾਲ ਉਹ ਤਾਂ ਬਚ ਜਾਂਦੇ, ਜਿਹੜੇ ਕਰਨ ਵਾਲੇ ਹੁੰਦੇ ਨਾ ਪਿਆਰਿਓ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਫਿਰ ਪਹਾੜ ਪੈ ਜਾਂਦਾ। ਜਾਂ ਕਈ ਵਾਰੀ ਇਹੋ ਜਿਹੇ ਕੰਮ ਚੋਰਪੁਣਾ ਕਰਨ ਵਾਲੇ ਜਾਣ ਬੁੱਝ ਕਰਕੇ ਕੋਈ ਗਲਤੀ ਕਰ ਦੇਣੀ ਹੈ, ਜਾਣ ਬੁੱਝ ਕਰਕੇ ਇਹੋ ਜਿਹਾ ਕੰਮ ਕਰ ਦਿੰਦੇ ਜਿਹਦੇ ਨਾਲ ਫਿਰ ਸਿਆਣਿਆਂ ਨੂੰ ਕਹਿਣਾ ਪੈਂਦਾ ਨਹੀਂ ਭਾਈ ਤੂੰ ਆ ਕੰਮ ਨਾ ਕਰਨਾ ਕਰ, ਤੇਰੇ ਤੋਂ ਗਲਤੀ ਹੋ ਜਾਵੇਗੀ ਤੇ ਸਾਨੂੰ ਫਿਰ ਇਹਦਾ ਹਰਜਾਨਾ ਭੁਗਤਣਾ ਪਵੇਗਾ। ਉਹਨਾਂ ਨੂੰ ਫਿਰ ਮੌਜਾਂ ਲੱਗ ਜਾਂਦੀਆਂ। ਇਹ ਵੀ ਨਹੀਂ ਕਹਿੰਦੇ ਸਿੱਧਾ ਸਾਫ਼ ਕਿ ਨਹੀਂ ਜੀ ਆਪਣੇ ਅਧਿਕਾਰੀ ਨੂੰ ਕਿ ਨਹੀਂ ਜੀ ਮੈਂ ਕੰਮ ਨਹੀਂ ਕਰ ਸਕਦਾ। ਜੇ ਇਹ ਕਹਿ ਦੇਣਗੇ ਤਾਂ ਫਿਰ ਉਹਨੇ ਇਹ ਕੁਛ, ਜੇ ਕੰਮ ਵੀ ਕਰਨਾ ਹੋਵੇ ਕੋਈ ਜਾਣ ਬੁੱਝ ਕਰਕੇ ਇਹੋ ਜਿਹਾ ਪੁੱਠਾ ਕੰਮ ਕਰ ਜਾਂਦੇ ਜਿਹਦੇ ਨਾਲ ਕਹਿਣ ਵਾਲਾ ਵੀ ਡਰਦਾ ਕਿ ਨਹੀਂ ਭਾਈ ਤੂੰ ਰਹਿਣ ਹੀ ਦੇ। ਇਸ ਤਰ੍ਹਾਂ ਹੀ ਇਹਨਾਂ ਨੇ ਕਰਨਾ ਕੀਤਾ ਤੇ ਕਹਿ ਦਿੱਤਾ। ਸਿੱਧਾ ਇਹ ਨਹੀਂ ਕਹਿੰਦੇ ਮਹਾਰਾਜ ਇਹ ਕੰਮ ਨਹੀਂ ਹੁੰਦਾ, ਸਗੋਂ ਮਹਾਰਾਜ ਨੂੰ ਕਹਿੰਦੇ ਲੱਗਦਾ ਮਹਾਰਾਜ ਕੋਈ ਤੁਸੀਂ ਜਾਦੂ ਟੂਣਾ ਕਰ ਰਹੇ, ਕੋਈ ਸਾਡੇ ਨਾਲ ਚੇਟਕ ਕਰ ਰਹੇ ਹੋ, ਹੱਥ ਦੀ ਸਫਾਈ ਕਰਕੇ ਦਿਖਾ ਰਹੇ ਹੋ। ਇਸ ਤੋਂ ਪਹਿਲਾਂ ਵੀ ਆਪ ਜੀ ਨੇ ਇਸ ਤਰ੍ਹਾਂ ਦਾ ਬਥੇਰਾ ਕੰਮ ਕੀਤਾ ਹੈ। ਮੁਝ ਬਿਲੋਕ ਨੇ ਚਾਹ ਨ ਕੋਈ, ਮੈਨੂੰ ਆ ਵੇਖਣ ਦੀ ਸਤਿਗੁਰੂ ਮਹਾਰਾਜ ਕੋਈ ਚਾਹ ਨਹੀਂ ਹੈ। ਇਸ ਤੋਂ ਪਹਿਲੇ ਵੀ ਮੈਨੇ ਬਥੇਰਾ ਆਪ ਜੀ ਦਾ ਆ ਕੰਮ, ਆ ਚੇਟਕ ਨਾਟਕ ਬਹੁਤ ਮੈਨੇ ਵੇਖਣਾ ਕੀਤਾ। ਹਾਂ ਨਾ ਉਚਾਉ ਮਿਰਤਕ ਜੋਈ, ਅਖੀਰ ਦੇ ਵਿੱਚ ਬਾਬੇ ਸ਼੍ਰੀ ਚੰਦ ਨੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਇਹ ਕੰਮ ਮੇਰੇ ਤੋਂ ਨਹੀਂ ਹੋ ਸਕਦਾ। ਆ ਮਰਿਆ ਚੂਆ ਆਂਦੜਾ ਬਾਹਰ ਨਿਕਲੀਆਂ ਹੋਈਆਂ ਬਦਬੂ ਆ ਰਹੀ ਹੈ, ਉਹਨੂੰ ਮੈਂ ਮਹਾਰਾਜ ਮੈਂ ਨਹੀਂ ਚੱਕ ਸਕਦਾ ਹਾਂ। ਅਸ ਕਹਿ ਤੂਸ਼ਨ ਮੁਕਤੇ ਠਾਨੇ, ਇਸ ਤਰ੍ਹਾਂ ਕਹਿ ਕਰਕੇ ਬਾਬੇ ਸ਼੍ਰੀ ਚੰਦ ਨੇ ਚੁੱਪੀ ਨੂੰ ਧਾਰਨ ਕੀਤਾ। ਦੁਤੀਏ ਤਾਤ ਸੋ ਕਹਿ ਗੁਰਬਾਨੀ, ਦੂਜਾ ਲੜਕਾ ਜਿਹੜਾ ਹੈ ਕੌਣ, ਬਾਬਾ ਲਖਮੀ ਦਾਸ, ਉਹਦੇ ਤਾਈ ਮਹਾਰਾਜ ਜੀ ਨੇ ਗੁਰਬਾਣੀ ਬਾਣੀ ਉਚਾਰਨ ਕਰਨੀ ਕੀਤੀ, ਬਚਨ ਕਰਨਾ ਕੀਤਾ। ਲਖਮੀ ਦਾਸ ਸੁਨੋ ਸੋ ਉਠਾਵੋ, ਸਤਿਗੁਰੂ ਮਹਾਰਾਜ ਕਹਿਣ ਲੱਗੇ ਵੇ ਲਖਮੀ ਦਾਸਾ ਚੱਲ ਤੇਰਾ ਵੱਡਾ ਭਰਾ ਨਹੀਂ ਮੰਨਦਾ, ਕੋਈ ਗੱਲ ਨਹੀਂ ਹੈ, ਤੂੰ ਭਾਈ ਸਾਡਾ ਬਚਨ ਮੰਨਣਾ ਕਰ, ਆ ਮਰਿਆ ਚੂਆ ਜਿਹੜਾ ਇਹਨੂੰ ਚੱਕ ਲੈ। ਨਿਕਟ ਨਾ ਨੀਕੇ ਵਹਿਰ ਬਗਾਵੋ, ਇਹ ਇੱਥੇ ਚੰਗਾ ਨਹੀਂ ਲੱਗ ਰਿਹਾ ਮਰਿਆ ਹੋਇਆ, ਇਹਨੂੰ ਚੱਕ ਕਰਕੇ ਤੂੰ ਬਾਰ-ਬਾਰ ਸੁੱਟ ਕੇ ਆਉਣਾ ਕਰ। ਤਬ ਬੋਲਿਓ ਸੋ ਸੁਨੀਏ ਤਾਤਾ, ਉਸ ਵੇਲੇ ਬਾਬੇ ਲਖਮੀ ਦਾਸ ਨੇ ਵੀ ਸਿੱਧਾ ਸਾਫ਼ ਜਵਾਬ ਦੇ ਦਿੱਤਾ, ਕਹਿਣ ਲੱਗਾ ਬਾਪੂ ਜੀ ਸੁਣਨਾ ਕਰੋ, ਹਮਕੋ ਉਚਿਤ ਨਾ ਐਸੀ ਬਾਤ, ਮਹਾਰਾਜ ਇਹੋ ਜਿਹਾ ਕੰਮ ਕਰਨਾ ਇਹ ਸਾਡੇ ਵਾਸਤੇ ਉਚਿਤ ਥੋੜੀ ਹੈ। ਅਸੀਂ ਗੁਰੂ ਪੁੱਤਰ ਹਾਂ, ਗੁਰੂ ਪੁੱਤਰ,
ਗੁਰੂ ਪੁੱਤਰ ਰਹਿ ਕਰਕੇ ਇਸ ਤਰ੍ਹਾਂ ਮਰਿਆ ਹੋਇਆ ਚੂਆ ਆਦਿ ਗੰਦਗੀ ਆਦਿਕ ਅਸੀਂ ਸੁੱਟਣਗੇ, ਬਾਰ-ਬਾਰ ਲੈ ਕੇ ਜਾਣਗੇ ਤੇ ਸਾਡੀ ਬੇਇੱਜ਼ਤੀ ਹੋਵੇਗੀ। ਲੋਕਾਂ ਨੇ ਕਹਿਣਾ ਲਓ ਭਾਈ ਗੁਰੂ ਪੁੱਤਰ ਅਖਵਾ ਕਰਕੇ ਇਹੋ ਜਿਹਾ ਕੰਮ ਤੁਸੀਂ ਕਰ ਰਹੇ ਹੋ, ਇਹ ਸਾਡੇ ਵਾਸਤੇ ਉਚਿਤ ਨਹੀਂ ਹੈ। ਮ੍ਰਿਤਕ ਮੂਖ ਕੀ ਹਾਥ ਨਾ ਲਾਵੋ, ਇਹ ਮਰਿਆ ਚੂਆ ਜਿਹੜਾ ਇਹਨੂੰ ਅਸਾਂ ਨੇ ਹੱਥ ਨਹੀਂ ਲਾਉਣਾ। ਕਹੋ ਤਾਂ ਔਰ ਪਾਸ ਉਚਵਾਵਾ, ਜੇ ਮਹਾਰਾਜ ਆਪ ਜੀ ਕਹਿੰਦੇ ਜੇ ਠੀਕ ਹੈ ਆਪ ਜੀ ਨੂੰ ਚੰਗਾ ਨਹੀਂ ਲੱਗਦਾ ਮਰਿਆ ਚੂਆ ਇੱਥੇ ਹੈ, ਮੈਂ ਤਾਂ ਮਹਾਰਾਜ ਇਹ ਕੰਮ ਨਹੀਂ ਕਰ ਸਕਦਾ, ਤੇ ਨਾਲ ਮਹਾਰਾਜ ਨੌਕਰਾਂ ਨੂੰ ਕਿਉਂ ਰੱਖਿਆ ਆਪਾਂ? ਨੌਕਰ ਕਦੋਂ ਕੰਮ ਆਉਣਗੇ? ਤੁਹਾਡੇ ਸੇਵਕ ਕਦੋਂ ਕੰਮ ਆਉਣਗੇ? ਇਹ ਤਾਂ ਨੌਕਰਾਂ ਦਾ ਕੰਮ ਹੈ, ਇਹ ਤਾਂ ਸੇਵਕਾਂ ਦਾ ਕੰਮ ਹੈ, ਮੈਂ ਤਾਂ ਨਹੀਂ ਕਰਨਾ। ਜੇ ਆਪ ਜੀ ਕਹੋ ਤੇ ਮਹਾਰਾਜ ਮੈਨੇ ਸੇਵਕਾਂ ਨੂੰ ਤੇ ਆਪਣੇ ਨੌਕਰਾਂ ਨੂੰ ਕਹਿ ਕਰਕੇ ਇਹਨੂੰ ਚੁਕਵਾ ਦੇਣਾ। ਜੇ ਪਿਆਰਿਓ ਇਹ ਕੰਮ ਨੌਕਰਾਂ ਤੋਂ ਹੀ ਕਰਾਉਣਾ ਹੋਵੇ ਤਾਂ ਸਤਿਗੁਰੂ ਮਹਾਰਾਜ ਇਹਨਾਂ ਨੂੰ ਕਿਉਂ ਬੋਲਦੇ ਸਨ? ਇਹ ਤਾਂ ਸਤਿਗੁਰੂ ਮਹਾਰਾਜ ਪਰਖ ਕਰਨਾ ਚਾਹੁੰਦੇ ਕਿ ਭਾਈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਜਿਹੜਾ ਹੁਕਮ ਨੂੰ ਮੰਨਦਾ ਉਹੀ ਪ੍ਰਵਾਨ ਹੁੰਦਾ, ਉਹਨੂੰ ਹੀ ਖਸਮ ਦਾ ਮਹਿਲ ਜਿਹੜਾ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਜੇ ਪਿਆਰਿਓ ਆਪਾਂ ਗੁਰੂ ਕਾ ਹੁਕਮ ਮੰਨ ਨਹੀਂ ਸਕਦੇ ਆ, ਇਸ ਛੋਟੇ ਛੋਟੇ ਹੁਕਮ ਮੰਨ ਨਹੀਂ ਸਕਦੇ ਤੇ ਪ੍ਰਮਾਤਮਾ ਦਾ ਭਾਣਾ ਆਪਾਂ ਨੇ ਕਿਸ ਤਰ੍ਹਾਂ ਮੰਨਣਾ ਹੈ? ਇਹੀ ਤਾਂ ਪਰਖ ਹੈ। ਸਤਿਗੁਰੂ ਮਹਾਰਾਜ ਇਹੀ ਤਾਂ ਪਰਖ ਕਰਦੇ ਹਨ ਕਿ ਇਹ ਸਾਡਾ ਬਚਨ ਮੰਨਦੇ ਕਿ ਨਹੀਂ ਮੰਨਦੇ। ਬਾਬਾ ਸ਼੍ਰੀ ਚੰਦ ਨੇ ਦੂਜੇ ਤਰੀਕੇ ਦੇ ਨਾਲ ਜਵਾਬ ਦੇ ਦਿੱਤਾ। ਬਾਬੇ ਲਖਮੀ ਦਾਸ ਨੇ ਕਹਿ ਦਿੱਤਾ ਮਹਾਰਾਜ ਇਹ ਸਾਨੂੰ ਚੰਗਾ ਨਹੀਂ ਲੱਗਦਾ। ਜੇ ਆਪ ਜੀ ਕਹੋਗੇ ਮੈਂ ਦੂਜਿਆਂ ਨੂੰ ਕਹਿ ਕਰਕੇ ਨੌਕਰਾਂ ਤੋਂ ਕਹਿ ਕਰਕੇ ਇਹਨੂੰ ਚਕਵਾ ਦਵਾਂਗਾ, ਅਸ ਕਹਿ ਤੂਸ਼ਨ ਮਾਨ ਵਿਸ਼ੇਖਾ, ਇਸ ਤਰ੍ਹਾਂ ਕਹਿ ਕਰਕੇ ਬਾਬਾ ਲਖਮੀ ਦਾਸ ਵੀ ਚੁੱਪ ਹੋ ਗਿਆ। ਤਬ ਲਹਿਣੇ ਦੇਸ਼ ਸ੍ਰੀ ਗੁਰ ਬਸ ਦੇਖਾ, ਮਹਾਰਾਜ ਤਾਂ ਸੇਵਕ ਦੀ ਪਰਖ ਕਰਨਾ ਚਾਹੁੰਦੇ ਕਿ ਭਾਈ ਸਾਡਾ ਬਚਨ ਕੌਣ ਮੰਨਦਾ, ਕਿਉਂਕਿ ਵੇਖ ਲਿਆ ਬੱਚਿਆਂ ਨੇ ਇਹ ਮਾਤ ਸੁਲੱਖਣੀ ਜੀ ਨੂੰ ਦ੍ਰਿਸ਼ਟਾਂਤ ਦੇਣਾ ਚਾਹੁੰਦੇ ਸੀ, ਉਹਨਾਂ ਦੀ ਤਸੱਲੀ ਕਰਾਉਣਾ ਚਾਹੁੰਦੇ ਸਨ ਤੇ ਅੱਖਾਂ ਨਿਗਾਹ ਭਰ ਕੇ ਜਦੋਂ ਤੱਕਣਾ ਕੀਤਾ, ਪੁੱਛੋ ਤੂੰ ਹੀ ਕਰਤਾਰ ਪਿਆਰੇ, ਮਹਾਰਾਜ ਜੀ ਨੇ ਕਿਹਾ ਵੇ ਕਰਤਾਰ ਦੇ ਪਿਆਰੇ ਬਾਬਾ ਲੈਣਾ ਜੀ ਹੁਣ ਤਾਂ ਤੁਹਾਨੂੰ ਹੀ ਉੱਠਣਾ ਪਵੇਗਾ। ਮੂਖਕ ਚਾਏ ਵਹਿਰ ਦੇਹੁ ਡਾਰੇ, ਆ ਮਰਿਆ ਚੂਆ ਜਿਹੜਾ ਇਹਨੂੰ ਚੁੱਕ ਕਰਕੇ ਬਾਰ-ਬਾਰ ਸੁੱਟ ਕੇ ਆਉਣਾ ਕਰੋ। ਸਾਧੂ ਬਚਨ ਸੁਨਤ ਤਤਕਾਲਾ, ਉਸੇ ਵੇਲੇ ਅੱਧਾ ਹੀ ਬਚਨ ਜਿਹੜਾ ਹਾਲੇ ਮਹਾਰਾਜ ਜੀ ਨੇ ਪੂਰਾ ਬਚਨ ਵੀ ਨਹੀਂ ਕਿਹਾ, ਬਸ ਅੱਧਾ ਹੀ ਬਚਨ ਕੇ ਵੇ ਕਰਤਾਰ ਦੇ ਪਿਆਰੇ ਉੱਠ। ਜਦੋਂ ਇੰਨਾ ਹੀ ਬਚਨ ਕੀਤਾ ਉਸੇ ਵੇਲੇ ਬਾਬਾ ਲੈਣਾ ਜੀ ਖੜ ਗਏ, ਕਿਉਂਕਿ ਪਿਆਰਿਓ ਕਹਿੰਦੇ ਨਾ ਸਮਝਦਾਰ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈ, ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ, ਉਹਨੂੰ ਇਸ਼ਾਰਾ ਦਿਓ, ਇਸ਼ਾਰੇ ਮਾਤਰ ਦੇ ਵਿੱਚ ਹੀ ਉਹ ਕੰਮ ਕਰ ਜਾਂਦੇ ਹਨ। ਪੂਰਾ ਬਚਨ ਵੀ ਨਹੀਂ ਹੋਇਆ, ਉਸੇ ਵੇਲੇ ਸਤ ਬਚਨ ਜੀ ਕਹਿ ਕਰਕੇ ਬਾਬਾ ਲੈਣਾ ਜੀ ਤਿਆਰ ਪਰ ਤਿਆਰ ਹੋਏ। ਉਠਿਓ ਉਠਾਈ ਤੁਰਤ ਵਿਸ਼ਾਲਾ, ਉੱਠ ਕਰਕੇ ਤੁਰੰਤ ਉਹਨਾਂ ਨੇ ਕੀ ਕਰਨਾ ਕੀਤਾ, ਚੂਆ ਜਿਹੜਾ ਮਰਿਆ ਹੋਇਆ ਉਹਨੂੰ ਚੁੱਕ ਕਰਕੇ ਬਾਹਰ ਸੁੱਟ ਕੇ ਆਏ। ਕੀਤਿਕ ਦੂਰ ਜਾਏ ਸੋ ਡਾਰੇ, ਬਹੁਤ ਲੰਬਾ ਲਾਂਬੇ ਜਾ ਕਰਕੇ ਦੂਰ ਜਾ ਕਰਕੇ ਮਰਿਆ ਚੂਆ ਸੁੱਟ ਕੇ ਆਉਣਾ ਕੀਤਾ। ਤਹ ਛਿਨ ਸ੍ਰੀ ਗੁਰ ਗਿਰਾ ਉਚਾਰੇ, ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ। ਮੂਲੇ ਸੁਤਾ ਪਿਖੋ ਮਨ ਗੁਨੀਏ, ਸਤਿਗੁਰੂ ਮਹਾਰਾਜ ਕਹਿੰਦੇ ਹਨ ਮੂਲੇ ਸੁਤਾ, ਮੂਲੇ ਦਾ ਮਤਲਬ ਸਤਿਗੁਰੂ ਮਹਾਰਾਜ ਜੀ ਦੇ ਜੋ ਸਹੁਰੇ ਸਾਹਿਬ ਆਪ ਜੀ ਨੂੰ ਯਾਦ ਹੋਵੇਗਾ, ਮਹਾਰਾਜ ਜੀ ਦੇ ਸਹੁਰੇ ਦਾ ਨਾਮ ਸੀ ਮੂਲ ਚੰਦ, ਤੇ ਮੂਲ ਚੰਦ ਤੇ ਸੁਤਾ, ਮੂਲ ਚੰਦ ਦੀ ਲੜਕੀ ਭਾਵ ਕੇ ਸਤਿਗੁਰੂ ਮਹਾਰਾਜ ਆਪਣੇ ਧਰਮ ਸੰਪਤਨੀ ਗੁਰੂ ਮਹਿਲ ਨੂੰ ਸੰਬੋਧਨ ਕਰਦੇ ਹਨ। ਕਿਹਾ ਕਿ ਮੂਲ ਚੰਦ ਦੀ ਲੜਕੀ ਭਾਵ ਕੇ ਮਾਤ ਸੁਲੱਖਣੀ ਜੀ ਨੂੰ ਕਹਿੰਦੇ ਪਿੱਖੋਂ ਮਨ ਗੁਨੀਏ, ਆ ਨਜ਼ਾਰਾ ਤੂੰ ਤੱਕਿਆ ਕਿ ਨਹੀਂ ਤੱਕਿਆ, ਤੇ ਤੱਕ ਕਰਕੇ ਇਹਨੂੰ ਆਪਣੇ ਮਨ ਦੇ ਵਿੱਚ ਗੁੰਨਣਾ ਕਰੋ, ਇਹਦੀ ਵਿਚਾਰ ਮਨ ਵਿੱਚ ਕਰਨਾ ਕਰੋ। ਇਹ ਨਿਜ ਸੁਤ ਸੋ ਪਰਸੁਤ ਜਨੀਏ, ਆ ਜਿਹੜਾ ਆਪਣਾ ਨਿਜ ਸੁਤ ਭਾਵ ਕੇ ਇਹ ਦੋ ਤਾਂ ਆਪਣੇ ਬੱਚੇ ਹਨ, ਉਹ ਦੂਜਾ ਬਾਬਾ ਲੈਣਾ ਤੇ ਇਹ ਤਾਂ ਬੇਸ਼ੱਕ ਪਰਾਇਆ ਸੁਤ ਹੈ, ਭਾਵ ਕਿ ਸਾਡਾ ਬੱਚਾ ਨਹੀਂ ਹੈ,
ਆਪਣਾ ਖੂਨ ਨਹੀਂ ਹੈ ਉਹਦੇ ਅੰਦਰ, ਉਹ ਤਾਂ ਪਰਾਇਆਂ ਦਾ ਬੱਚਾ ਹੈ। ਮਾਨਹਿ ਕਹਿਓ ਨਾ ਬਚਨ ਕਦਾਈ, ਲੇਕਿਨ ਆਪਣੇ ਬੱਚੇ ਅਸਾਂ ਨੇ ਇਹਨਾਂ ਨੂੰ ਕਈ ਵਾਰੀ ਬਚਨ ਕਰਨਾ ਕੀਤਾ ਤੇ ਇਹ ਸਾਡਾ ਬਚਨ ਨਹੀਂ ਮੰਨਦੇ ਹਨ। ਬੇਸ਼ੱਕ ਇਹਨਾਂ ਦਾ ਫਰਜ਼ ਬਣਦਾ ਕਿ ਭਾਈ ਇੱਕ ਤਾਂ ਗੁਰੂ ਹੈ ਤੇ ਨਾਲ ਗੁਰੂ ਪਿਤਾ ਹੈ, ਇਹਨਾਂ ਨੂੰ ਬਚਨ ਮੰਨਣਾ ਚਾਹੀਦਾ ਸੀ, ਲੇਕਿਨ ਇਹਨਾਂ ਨੇ ਸਾਡਾ ਬਚਨ ਇਨਕਾਰ ਕਰ ਦਿੱਤਾ। ਇਹਨਾਂ ਨੇ ਬਚਨ ਨਹੀਂ ਮੰਨਿਆ, ਆਪਣੇ ਰਹਿ ਕਰਕੇ ਇਹਨਾਂ ਨੇ ਬਚਨ ਨਹੀਂ ਮੰਨਣਾ ਕੀਤਾ। ਤੂੰ ਕਹਿੰਦੀ ਨਾ ਆਪਣੇ ਬੱਚੇ, ਉਹ ਫਿਰ ਕਾਹਦਾ ਫਿਰ ਫਾਇਦਾ ਹੈ ਆਪਣੇ ਰਹਿ ਕਰਕੇ ਜੇ ਆਪਣਿਆਂ ਦਾ ਬਚਨ ਨਹੀਂ ਮੰਨਣਗੇ। ਬੇਸ਼ੱਕ ਬਾਬੇ ਲੈਣੇ ਦੇ ਅੰਦਰ ਸਾਡਾ ਖੂਨ ਨਹੀਂ ਹੈ, ਉਹ ਆਪਣਾ ਬੱਚਾ ਨਹੀਂ ਹੈ, ਪਰਾਇਆਂ ਦਾ ਬਾਬਾ ਫੇਰੂ ਮੱਲ ਦਾ ਉਹ ਲੜਕਾ ਹੈ, ਲੇਕਿਨ ਉਹਨੇ ਸਾਡਾ ਬਚਨ ਮੰਨਣਾ ਕੀਤਾ, ਹੁਕਮ ਸਾਡਾ ਉਹਨੇ ਮੰਨਣਾ ਕੀਤਾ। ਸੋ ਆਇਸ ਅਨੁਸਾਰ ਸਦਾਈ, ਉਹ ਸਾਡੀ ਆਗਿਆ ਦੇ ਵਿੱਚ ਸਦਾ ਹੀ ਰਹਿੰਦਾ ਹੈ। ਭਾਵ ਕਿ ਅਸੀਂ ਜਦੋਂ ਵੀ ਬਚਨ ਕਰਦੇ ਹਾਂ ਤੇ ਉਹ ਸਤ ਬਚਨ ਕਹਿ ਕਰਕੇ ਜੋ ਅਸੀਂ ਬੋਲਦੇ ਹਾਂ ਸਾਡਾ ਬਚਨ ਕਦੇ ਟਾਲਦਾ ਨਹੀਂ, ਸਤ ਕਰਕੇ ਉਹ ਬਚਨ ਜਿਹੜਾ ਮੰਨਦਾ ਹੈ। ਕਿਉਂਕਿ ਜ਼ਿਆਦਾ ਕਰਕੇ ਪਿਆਰਿਓ ਇਹ ਹੁੰਦਾ ਹੀ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ, ਜਿਹਦੇ ਨਾਲ ਵੀ ਆਪਾਂ ਬਹੁਤ ਨੇੜਤਾ ਦਾ ਸੰਬੰਧ ਹੋਵੇ ਉਹਦੀ ਵਡਿਆਈ ਤੋਂ ਬੱਚੇ ਜਾਂ ਲੋਕ ਜਿਹੜੇ ਵਾਂਝੇ ਰਹਿ ਜਾਂਦੇ ਹਨ। ਇੱਕ ਕਹਾਵਤ ਤਾਂ ਬਹੁਤ ਪ੍ਰਸਿੱਧ ਹੈ, ਆਪਨੇ ਵੀ ਸੁਣਿਆ ਹੋਵੇਗਾ ਕਿ ਘਰ ਕਾ ਜੋਗੀ ਜੋਗੜਾ ਬਾਹਰ ਕਾ ਜੋਗੀ ਸੇਧਾ। ਘਰ ਦੇ ਵਿੱਚ ਬਹੁਤ ਵੱਡਾ ਕੋਈ ਮਹਾਂਪੁਰਖ ਵੀ ਹੋਵੇ ਤੇ ਘਰ ਵਾਲੇ ਕਹਿੰਦੇ ਜੀ ਆ ਸਾਡੇ ਘਰ ਦੇ ਵਿੱਚ ਵੇਲੜ ਬੈਠਿਆ, ਜੋਗੜਾ ਬੈਠਿਆ ਹੋਇਆ। ਉਹੀ ਬਾਹਰੋਂ ਕੋਈ ਪਖੰਡੀ ਵੀ ਆਵੇ ਤੇ ਕਹਿੰਦੇ ਜੀ ਆਓ ਸਿੱਧ ਬਾਬਾ ਜੀ ਇਹ ਪਹੁੰਚੇ ਹੋਏ ਮਹਾਂਪੁਰਖ ਹਨ। ਘਰਦਿਆਂ ਦੀ ਜਿਹਦੇ ਨਾਲ ਪਿਆਰਿਓ ਬਹੁਤ ਨੇੜਤਾ ਦਾ ਸੰਬੰਧ ਹੋ ਜਾਵੇ, ਕਈ ਵਾਰੀ ਵੇਖਣ ਵਿੱਚ ਆਉਂਦਾ ਬੰਦਾ ਜਿਹੜਾ ਹੈ ਉਹ ਫਿਰ ਉਹਦੀ ਜ਼ਿਆਦੀ ਕਦਰ ਨਹੀਂ ਕਰਦਾ, ਉਹਨਾਂ ਦੀ ਵਡਿਆਈ ਤੋਂ ਵਾਂਝਾ ਰਹਿ ਜਾਂਦਾ। ਕਈ ਵਾਰੀ ਦੂਰ ਰਹਿ ਕਰਕੇ ਉਹ ਜਾਣਦੇ ਹਨ। ਤਾਂ ਹੀ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਪਾਂ ਉਹ ਸਾਖੀ ਤਾਂ ਜਿੰਨੇ ਵੀ ਨੇਮੀ ਪ੍ਰੇਮੀ ਆਪ ਜੀ ਬੈਠੇ ਹੋਏ ਹੋ ਆਪ ਨੂੰ ਤਾਂ ਪਤਾ ਹੀ ਹੈ। ਮਹਾਰਾਜ ਨੇ ਕਿਹਾ ਸੀ ਨਾ, ਹਾਜ਼ਰ ਸੋ ਗੈਰ ਹਾਜ਼ਰ, ਗੈਰ ਹਾਜ਼ਰ ਸੋ ਹਾਜ਼ਰ। ਜਿਹੜੇ ਇੱਥੇ ਹਾਜ਼ਰੀ ਭਰ ਰਹੇ ਹਨ ਬੇਸ਼ੱਕ ਤਨ ਕਰਕੇ ਹਾਜ਼ਰੀ ਭਰਨੀ ਕੀਤੀ, ਮਨ ਤਾਂ ਉਹਨਾਂ ਦਾ ਤਮਾਸ਼ੇ ਦੇ ਵਿੱਚ ਲੱਗਿਆ ਹੋਇਆ ਹੈ, ਮਨ ਕਰਕੇ ਤਾਂ ਗੈਰ ਹਾਜ਼ਰ ਹਨ। ਜਿਹੜੇ ਗੈਰ ਹਾਜ਼ਰ ਤਨ ਕਰਕੇ ਤਮਾਸ਼ਾ ਵੇਖਣ ਵਾਸਤੇ ਗਏ, ਉਹਨਾਂ ਦਾ ਮਨ ਜਿਹੜਾ ਗੁਰੂ ਘਰ ਦੇ ਵਿੱਚ ਸਾਡੇ ਕੋਲ ਇੱਥੇ ਹਾਜ਼ਰ ਸੀ, ਮਨ ਕਰਕੇ ਉਹ ਇੱਥੇ ਦਸਤਕ ਦੇ ਰਹੇ ਸਨ। ਇਸ ਤਰ੍ਹਾਂ ਹੀ ਪਿਆਰਿਓ ਕਈ ਵਾਰੀ ਜਿਹੜੇ ਗੁਰੂ ਘਰ ਦੇ ਨਾਲ ਆਪਾਂ ਅਕਸਰ ਵੇਖਦੇ ਹਾਂ ਬਹੁਤ ਲਾਗੇ ਲੱਗ ਜਾਂਦੇ ਤੇ ਫਿਰ ਉਹਨਾਂ ਦਾ ਸਤਿਕਾਰ ਨਹੀਂ ਰਹਿੰਦਾ ਗੁਰੂ ਘਰ ਦੇ ਨਾਲ। ਉਹ ਇੱਥੇ ਹੀ ਫਿਰ ਮਸਤੀਆਂ ਕਰਦੇ ਹਨ, ਉਹ ਇੱਥੇ ਹੀ ਫਿਰ ਬਦਫੈਲੀਆਂ ਕਰਦੇ। ਕਈ ਜਿਹੜਾ ਦੂਰੋਂ ਆਵੇ ਨਾ ਇਨਸਾਨ ਬੰਦਾ, ਉਹਨੂੰ ਪੂਰਾ ਸਤਿਕਾਰ ਹੁੰਦਾ, ਉਹ ਕਹਿੰਦਾ ਕਿ ਨਹੀਂ ਭਾਈ ਗੁਰੂ ਘਰ ਦੇ ਵਿੱਚ ਨਹੀਂ ਕਰਨਾ ਚਾਹੀਦਾ, ਇੱਥੇ ਕਰਾਂਗੇ ਤਾਂ ਕਿੱਥੇ ਬਖਸ਼ੇ ਜਾਵਾਂਗੇ। ਲੇਕਿਨ ਜਿਹੜੇ ਰਹਿੰਦੇ ਇੱਥੇ ਹੀ, ਉਹਨਾਂ ਨੂੰ ਪਤਾ ਕਿੱਥੇ ਜਾਣਾ ਨਹੀਂ ਹੈ, ਫਿਰ ਇੱਥੇ ਹੀ ਉਹ ਬਦਫੈਲੀਆਂ ਕਰਦੇ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਇਹ ਹੈ ਤਾਂ ਸਾਡੇ ਕੋਲ ਹੀ ਰਹਿੰਦੇ ਗੁਰੂ ਪੁੱਤਰ ਹਨ, ਸਾਡਾ ਬਚਨ ਮੰਨਣਾ ਇਹਨਾਂ ਦਾ ਫਰਜ਼ ਬਣਦਾ, ਲੇਕਿਨ ਇਹਨਾਂ ਨੇ ਸਾਡਾ ਬਚਨ ਨਹੀਂ ਮੰਨਣਾ ਕੀਤਾ। ਦੋਹਰਾ ਨਹਿ ਕਿਸ ਹੂੰ ਕੇ ਕਰ ਬਿਖੈ ਸਭ ਕਰਤਾਰ ਅਧੀ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਜੋ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਨਾ ਕਿ ਦਾਤ ਜੋਤ ਖਸਮੈ ਵਡਿਆਈ, ਇਹ ਤਾਂ ਕਿਤੇ ਹੱਥ ਦੇ ਵਿੱਚ ਨਹੀਂ ਹੈ। ਇਹ ਕੋਈ ਦਾਵਾ ਨਹੀਂ ਕਰ ਸਕਦਾ ਗੁਰੂ ਘਰ ਦੇ ਉੱਤੇ ਕਿ ਮੈਂ ਗੁਰੂ ਬਣ ਜਾਵਾਂ ਮੈਂ, ਕਿਉਂਕਿ ਇਹ ਕੋਈ ਰਾਜਨੀਤਿਕ ਫੈਸਲਾ ਥੋੜੀ ਹੈ। ਇਹ ਪੰਚ ਕੋਈ ਬੈਠ ਕਰਕੇ ਜਾਂ ਕੋਈ ਮੀਟਿੰਗ ਲੈ ਕਰਕੇ ਜੀ ਅਗਲਾ ਗੁਰੂ ਇਹਨੂੰ ਬਣਾ ਦੇਣਾ ਨਹੀਂ। ਪਿਆਰਿਓ ਇਹੋ ਜਿਹੇ ਬਥੇਰੇ ਗੁਰੂ ਬਣੇ ਵੀ ਸਨ। ਧੀਰ ਮੱਲ ਹੋਇਆ, ਰਾਮ ਰਾਏ ਹੋਏ ਹਨ, ਨਾਲ ਪ੍ਰਿਥੀ ਚੰਦ ਹੋ ਗਿਆ ਤੇ ਨਾਲ ਪਿਆਰਿਓ ਉਹਨਾਂ ਦਾ ਲੜਕਾ ਮਿਹਰਬਾਨ ਹੋ ਗਿਆ, ਹਰਜੀ ਹੋ ਗਿਆ। ਇਹੋ ਜਿਹੇ ਬਹੁਤ ਜ਼ਿਆਦਾ ਪਖੰਡੀ, ਇੱਕ ਦੋ ਨਹੀਂ ਪਿਆਰਿਓ 22 ਮੰਜੀਆਂ ਉਹਨਾਂ ਨੇ ਥਾਪਣਾ ਕੀਤਾ। ਉਹਨਾਂ ਨੇ ਫਿਰ ਬਹੁਤ ਬੰਦਿਆਂ ਨੂੰ ਲਾਗੇ ਲਾ ਲਿਆ। ਕੋਈ ਸਰਕਾਰੀ ਦਰਬਾਰੀ ਜਿਹੜਾ ਪ੍ਰਿਥੀ ਚੰਦ ਜਿਹੜਾ ਹੈ ਉਹਨੂੰ ਤਾਂ ਪਿਆਰਿਓ ਸਰਕਾਰ ਦੇ ਵੱਲੋਂ, ਜਹਾਂਗੀਰ ਦੇ ਵੱਲੋਂ ਉਹਨੂੰ ਲਿਖਤ ਪ੍ਰਾਪਤ ਹੋ ਗਈ ਸੀ। ਜਹਾਂਗੀਰ ਨੇ ਸਰਕਾਰੀ ਦਰਬਾਰੀ ਭਾਵ ਕਿ ਹਿੰਦੁਸਤਾਨ ਦਾ ਤਖਤ ਦੇ ਉੱਤੇ ਬੈਠ ਕਰਕੇ ਮੋਹਰ ਛਾਪ ਲਾ ਕਰਕੇ ਉਹਨੇ ਲਿਖ ਭੇਜਿਆ ਸੀ ਕਿ ਗੁਰੂ ਨਾਨਕ ਦੇਵ ਦੇ 5ਵੇਂ ਗੁਰੂ ਆ ਜਿਹੜਾ ਹੈ ਮਿਹਰਬਾਨ ਆਪਣਾ ਪ੍ਰਿਥੀ ਚੰਦ ਹੈ ਕਰਕੇ।
ਫਿਰ ਪ੍ਰਿਥੀ ਚੰਦ ਉਹ ਲਿਖਤ ਬਣਾ ਕਰਕੇ ਵੀ ਲੈ ਕੇ ਆਇਆ, ਸਾਰਿਆਂ ਨੂੰ ਦਿਖਾਉਂਦਾ ਕਿ ਕਹਿੰਦਾ ਮੈਂ ਹੀ ਅਗਲਾ ਗੁਰੂ ਆ। ਨਹੀਂ ਪਿਆਰਿਓ, ਇਸ ਤਰ੍ਹਾਂ ਇਹ ਕੋਈ ਕਿਹਦੇ ਹੱਥ ਦੇ ਵਿੱਚ ਨਹੀਂ ਹੈ, ਕਿਹਦੇ ਵਸ ਦੇ ਵਿੱਚ ਨਹੀਂ ਹੈ। ਭਾਵ ਕਿ ਕੋਈ ਕਹਿ ਦਵੇ ਕਿ ਭਾਈ ਮੇਰੇ ਇੰਨੇ ਬੰਦੇ ਹਨ। ਮਸੰਦਾਂ ਨੇ ਵੀ ਤਾਂ ਇਹੀ ਦਾਵਾ ਕਰਨਾ ਕੀਤਾ। ਮਸੰਦਾਂ ਨੇ ਕਿਹਾ ਸੀ ਨਾ ਮਹਾਰਾਜ ਜੀ ਦੇ ਵੇਲੇ ਕਿ ਗੁਰੂ ਬਣਾਉਣਾ ਤਾਂ ਸਾਡੇ ਹੱਥ ਦੇ ਵਿੱਚ ਹੈ। ਜੇ ਅਸੀਂ ਆਪਣਾ ਆਸਨ ਝਟਕਦੇ ਹਾਂ, ਉਹਦੇ ਵਿੱਚੋਂ ਕਈ ਗੁਰੂ ਪੈਦਾ ਕਰ ਦਿੰਦੇ ਹਾਂ। ਇਹ ਤਾਂ ਸਾਡੇ ਹੱਥ ਦੇ ਵਿੱਚ ਹੈ। ਜਿਹਦੇ ਮਗਰ ਅਸੀਂ ਲੱਗ ਜਾਣ ਉਹਨੂੰ ਅਸੀਂ ਗੁਰੂ ਬਣਾ ਦਿੰਦੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਬਹੁਤ ਜ਼ਿਆਦਾ ਇਹ ਵੱਧ ਗਏ, ਬਹੁਤ ਵਧੀਕੀਆਂ ਕਰਦੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਤਾੜਨਾ ਕੀਤੀ। ਪਿਆਰਿਓ, ਇਤਿਹਾਸ ਗਵਾਹੀ ਦਿੰਦਾ ਇਹ ਉਹੀ ਮਸੰਦ ਜਿਹੜੇ ਗੁਰੂ ਘਰ ਦੇ ਵਿੱਚ ਲੁੱਟਦੇ ਸਨ, ਮਾਇਆ ਜਿਹੜੀ ਹੈ ਉਹ ਖਾ ਜਾਂਦੇ ਸਨ। ਗੁਰਬਾਣੀ ਦੇ ਵਿੱਚ ਵੀ ਬਚਨ ਕਰਨਾ ਕੀਤਾ ਕਿ ਜੋ ਕਰ ਸੇਵ ਮਸੰਦਨ ਕੀ ਕਹਿ ਆਨਸ ਪ੍ਰਸਾਦ ਸਭੈ ਮੋਹ ਦੀਜੈ, ਜੋ ਕਸ਼ਮਾਲ ਤਵਾਲੇ ਸੋ ਅਬ ਹੀ ਉਠ ਭੇਟ ਹਮਾਰੀ ਹੀ ਕੀਜੈ, ਤੇ ਦੀਨੇ ਕੋ ਨਾਮ ਸੁਨੇ ਭਜ ਰਾਤੇ ਲੀਨੇ ਬਿਨਾ ਨਹਿ ਨੈਕ ਪ੍ਰਸੀਜੈ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਮਸੰਦਾਂ ਨੇ ਵੀ ਤਾਂ ਦਾਵਾ ਕਰਨਾ ਕੀਤਾ, ਲੇਵ ਹੀ ਲੇਵ ਕਹਿ ਸਭ ਕੋ ਨਰ ਕੋ ਨਾ ਬ੍ਰਹਮ ਬਤਾਏ ਹਮੈਦੈ। ਉਹਨਾਂ ਨੇ ਕਹਿ ਦਿੱਤਾ ਕਿ ਭਾਈ ਗੁਰੂ ਬਣਾਉਣਾ ਤਾਂ ਸਾਡੇ ਹੱਥ ਦੇ ਵਿੱਚ ਹੈ। ਬਚਨਾਂ ਦੀ ਪ੍ਰਾਪਤੀ ਕਰਕੇ ਇਹ ਲਕਬ ਲਾ ਕਰਕੇ ਉਹਨਾਂ ਨੇ ਜਦੋਂ ਗਲਤ ਕੰਮ ਕਰਨਾ ਕੀਤਾ, ਗੁਰੂ ਘਰ ਦੇ ਵਿੱਚ ਬਦਫੈਲੀਆਂ ਕੀਤੀਆਂ, ਤੇ ਉਹਨਾਂ ਦਾ ਤਾਂ ਨਾਮ ਬਦਨਾਮ ਹੋ ਗਿਆ। ਨਾਲ ਪਿਆਰਿਓ ਉਹ ਲਕਬ ਜਿਹੜਾ ਉਹ ਤਖੱਲਸ ਜਿਹੜਾ ਲੱਗਿਆ ਸੀ ਨਾ ਆਉਂਦੇ ਹਨ। ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹਨਾਂ ਨੂੰ ਤਾੜਨਾ ਦਿੱਤੀ, ਉਹਨਾਂ ਤੋਂ ਪਹਿਲਾਂ ਜੇ ਆਪਾਂ ਵੇਖਦੇ ਹਾਂ ਬਹੁਤ ਅਤੀ ਸਤਿਕਾਰਯੋਗ ਇਹ ਬਚਨ ਸੀ ਮਸੰਦ, ਲੇਕਿਨ ਇਹ ਨਾਮ ਦੇ ਹੇਠ ਬਹੁਤ ਗਲਤ ਕੰਮ ਹੋਇਆ, ਬਹੁਤ ਅਤਿਆਚਾਰ, ਬਹੁਤ ਗੁਰੂ ਘਰ ਦਾ ਇਹਨਾਂ ਨੇ ਨੁਕਸਾਨ ਕੀਤਾ, ਤੇ ਮਹਾਰਾਜ ਜੀ ਨੇ ਆਪ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ। ਜਿਸ ਪਰ ਕਰੁਣਾ ਦ੍ਰਿਸ਼ਟ ਭੈ ਤਿਨਹਿ ਬਸਤ ਅਹਲੀ। ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਆਪਣੇ ਕੋਈ ਪਿਓ ਦੀ ਗੱਲ ਨਹੀਂ ਹੈ। ਇਹ ਕੋਈ ਦਾਵਾ ਨਹੀਂ ਕਰ ਸਕਦਾ ਕਿ ਭਾਈ ਇਹ ਮੈਂ ਅਗਲਾ ਗੁਰੂ ਇਹ ਹੋ ਜਾਵੇਗਾ, ਅਗਲਾ ਗੁਰੂ ਉਹਨੂੰ ਬਣਾ ਦੇਵਾਂਗੇ। ਇਹ ਤਾਂ ਦਾਤ ਜੋਤ ਖਸਮੈ ਵਡਿਆਈ, ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ, ਜਿਹਨੂੰ ਰੱਬ ਆਪ ਗੁਰੂ ਬਣਾ ਕਰਕੇ। ਇਹ ਪਿਆਰਿਓ ਅੱਜ ਦੀ ਗੱਲ ਨਹੀਂ ਹੈ। ਅੱਜ ਤਾਂ ਕਈ ਤਰ੍ਹਾਂ ਦੇ ਨਾਲ ਵਸੀਲੇ ਵਰਤ ਕਰਕੇ, ਮਾਇਆ ਜਾਂ ਰਾਜਨੀਤਿਕ ਤੌਰ ਤਰੀਕੇ ਵਰਤ ਕਰਕੇ ਕੋਈ ਬੰਦਾ ਕਿੱਥੇ ਵੀ ਪਹੁੰਚ ਸਕਦਾ। ਕੋਈ ਉੱਚ ਅਦਾਰਿਆਂ ਤੇ ਬੈਠੇ ਹੋਇਆਂ ਨੂੰ ਵੀ ਤੁਸੀਂ ਗਿਰਾ ਸਕਦੇ ਹੋ। ਇਹ ਗੁਰੂਆਂ ਦੀ ਗੱਲ ਚੱਲ ਰਹੀ ਹੈ। ਮਤਾ ਕਿਤੇ ਅੱਜ ਦੇ ਪਰਪੇਖ ਦੇ ਵਿੱਚ ਆਪਾਂ ਇਹਦੇ ਅਰਥ ਕਰਨਾ ਕਰੀਏ, ਇਹ ਗੁਰੂਆਂ ਦੀ ਗੱਲ ਚੱਲ ਰਹੀ ਹੈ ਕਿ ਗੁਰੂ ਜਿਹੜਾ ਹੈ ਜਿਹਦੇ ਉੱਤੇ ਪ੍ਰਮਾਤਮਾ ਦੀ ਕਰਤਾਰ ਦੀ ਮਿਹਰ ਹੋਵੇ, ਉਹੀ ਜਿਹੜਾ ਹੈ ਪਿਆਰਿਓ ਗੁਰੂ ਬਣ ਸਕਦਾ। ਇਹ ਨਹੀਂ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਜਿਹੜੇ ਡੇਰੇਦਾਰ, ਕਈ ਜਿਹੜੇ ਹਰ ਪਾਸੇ ਆਪ ਜੀ ਦੇਖੋ, ਜਿੰਨਾ ਬੰਦਾ ਜਿਹੜਾ ਸ਼ਕਤੀਸ਼ਾਲੀ ਬੇਈਮਾਨ ਹੋਵੇ, ਜ਼ਿਆਦਾ ਕਰਕੇ ਉਹੀ ਜਿਹੜੇ ਅੱਗੇ ਵੱਧ ਕਰਕੇ ਬਹਿ ਜਾਂਦੇ ਹਨ, ਦੂਜਿਆਂ ਨੂੰ ਲਾਗੇ ਨਹੀਂ ਲੱਗਣ ਦਿੰਦੇ। ਲੇਕਿਨ ਇਹ ਗੱਲ ਜਿਹੜੀ ਹੈ ਗੁਰਤਾ ਗੱਦੀ ਦੀ ਚੱਲ ਰਹੀ ਹੈ। ਮਹਾਰਾਜ ਜੀ ਨੇ ਕਿਹਾ ਇਹ ਤਾਂ ਪ੍ਰਮਾਤਮਾ ਦੀ ਵਡਿਆਈ ਹੈ। ਜਿਹਨੂੰ ਪ੍ਰਮਾਤਮਾ ਵਡਿਆਈ ਦੇਣਾ ਚਾਹਵੇ ਉਹੀ ਗੁਰੂ ਬਣ ਸਕਦਾ। ਇਹ ਮੇਰੇ ਹੱਥ ਵਿੱਚ ਵੀ ਨਹੀਂ ਹੈ। ਚੌਪਈ ਜਿਸ ਧਰਨੀ ਮੈਂ ਹੋਏ ਨਿਵਾਨਾ, ਜਿਸ ਧਰਤੀ ਦੇ ਵਿੱਚ ਨਿਵਾਣ ਪਣਾਏ, ਜਿਹੜੀ ਧਰਤੀ ਹੇਠਾਂ ਨੂੰ ਜਾਂਦੀ ਹੈ, ਤਹਿ ਜਲ ਜਾਵਹਿ ਟਿਕਹਿ ਮਹਾਨਾ। ਤੇ ਜਲ ਦਾ ਪਿਆਰਿਓ ਇੱਕ ਸੁਭਾਅ ਹੈ। ਜਲ ਜਿਹੜਾ ਹੈ ਰਸ ਨਾ ਕਰ ਨਿਸ ਦਿਨ ਵਸੈ, ਜਿਉ ਜਲ ਨੀਚੈ ਬਾਸ। ਜਲ ਦਾ ਵਾਸਾ ਪਿਆਰਿਓ ਸਦਾ ਨਿਵਾਣ ਦੇ ਵੱਲ ਹੁੰਦਾ, ਉਚਾਈ ਦੇ ਵੱਲ ਜਲ ਦਾ ਵਾਸਾ ਨਹੀਂ ਹੁੰਦਾ। ਜੇ ਉਚਾਈ ਦੇ ਵੱਲ ਲੈ ਕੇ ਜਾਣਾ ਤੇ ਸਾਨੂੰ ਪੰਪ ਕਰਨਾ ਪੈਂਦਾ, ਸ਼ਕਤੀ ਵਰਤਣੀ ਪੈਂਦੀ ਹੈ। ਲੇਕਿਨ ਪਾਣੀ ਨੂੰ ਆਪ ਜੀ ਸੁੱਟ ਦਿਓ ਉੱਤੋਂ, ਤੇ ਨਿਵਾਣ ਦੇ ਪਾਸੇ ਆਪ ਰਸਤਾ ਬਣਾ ਕਰਕੇ ਪਾਣੀ ਉੱਥੇ ਪਹੁੰਚ ਜਾਂਦਾ ਹੈ। ਟਿੱਬਾ ਜਹਾਂ ਉਚੇਰਾ ਹੋਈ, ਜਿੱਥੇ ਉੱਚਾ ਟਿੱਬਾ ਹੋਵੇ, ਤਹਿ ਜਲ ਬੂੰਦ ਟਿਕੈ ਨਹਿ ਕੋਈ। ਉੱਥੇ ਜਲ ਦੀ ਬੂੰਦ ਵੀ ਨਹੀਂ ਟਿਕਦੀ ਹੈ। ਕਈ ਵਾਰੀ ਦੇਖੋ ਕਿ ਜਿੱਥੇ ਪਹਾੜੀਆਂ ਹੁੰਦੀਆਂ ਨਾ, ਪਹਾੜ ਦੇ ਉੱਤੇ ਮੀਂਹ ਬਹੁਤ ਜ਼ਿਆਦਾ ਪੈ ਜਾਵੇ, ਪਹਾੜ ਦੇ ਉੱਤੇ ਤਾਂ ਪਾਣੀ ਨਹੀਂ ਖੜਦਾ, ਇੱਕ ਬੂੰਦ ਵੀ ਨਹੀਂ ਖੜਦਾ। ਉਹ ਸਾਰਾ ਪਾਣੀ ਜਿਹੜਾ ਰੇੜ ਕਰਕੇ ਹੇਠਾਂ ਨੂੰ ਆ ਜਾਂਦਾ। ਸੁਣ ਕੇ ਬਚਨ ਦੇਖ ਨਿਜ ਨੈਣਾ। ਸਤਿਗੁਰੂ ਜੀ ਕਹਿਣ ਲੱਗੇ
ਵੇ ਭਾਗਵਾਨੇ, ਆ ਬਚਨ ਜਿਹੜਾ ਸੁਣ ਕਰਕੇ ਇਹ ਪ੍ਰਤੱਖ ਨਜ਼ਾਰਾ ਅੱਖਾਂ ਦੇ ਨਾਲ ਤੁਸੀਂ ਤੱਕਣਾ ਕਰੋ, ਕਿਉਂਕਿ ਪਰਖ ਤਾਂ ਅਸਾਂ ਨੇ ਬੱਚਿਆਂ ਦੀ ਕੀਤੀ ਸੀ, ਹੁਕਮ ਉਹਨਾਂ ਨੂੰ ਕਰਨਾ ਕੀਤਾ, ਲੇਕਿਨ ਉਹਨਾਂ ਨੇ ਸਾਡਾ ਹੁਕਮ ਨਹੀਂ ਮੰਨਿਆ। ਉਹ ਪਰਾਇਆ ਰਹਿ ਕਰਕੇ ਬਾਬਾ ਲੈਣਾ ਜੀ ਬੇਸ਼ੱਕ ਸਾਡੀ ਵੰਸ਼ ਨਹੀਂ ਹੈ, ਫਿਰ ਵੀ ਉਹਨਾਂ ਨੇ ਸਾਡਾ ਬਚਨ ਮੰਨਣਾ ਕੀਤਾ। ਗਈ ਸੁਲਖਣੀ ਉਠ ਨਿਜ ਐ ਨਾ, ਇਹ ਸੁਣ ਕਰਕੇ ਮਾਤ ਸੁਲਖਣੀ ਜੀ ਉੱਠ ਕਰਕੇ ਆਪਣੇ ਘਰ ਨੂੰ ਚੱਲ ਗਏ। ਕੀਤਿਕ ਦਿਵਸ ਜਬ ਬੀਤੇ ਬਹੂਰੀ, ਇਸ ਤਰ੍ਹਾਂ ਬਹੁਤ ਸਾਰੇ ਦਿਨ ਜਦੋਂ ਬਤੀਤ ਹੋਏ ਹਨ। ਪਰਖਨ ਕੀ ਠਾਨੀ ਬਿਦ ਔਰੀ, ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਕਿਸੇ ਦੇ ਮਨ ਦੇ ਵਿੱਚ ਇਹ ਸ਼ੰਕਾ ਨਾ ਰਹਿ ਜਾਵੇ, ਫਿਰ ਵੀ ਬਾਰੀ ਤੌਰ ਤੇ ਵੀ ਪਰਖਣ ਦੇ ਵਾਸਤੇ ਮਹਾਰਾਜ ਜੀ ਨੇ ਫਿਰ ਇੱਕ ਕੌਤਕ ਵਰਤਾਇਆ। ਭਵ ਅੰਬੁਧ ਤਾਰਨ ਗੁਰ ਪੂਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੇ ਸਾਗਰ ਦੇ ਤਾਰ, ਸਾਰੇ ਸੰਸਾਰ ਨੂੰ ਤਾਰਨ ਦੇ ਵਾਸਤੇ ਸਤਿਗੁਰੂ ਮਹਾਰਾਜ ਅਗਲਾ ਗੁਰੂ ਰੂਪੀ ਜਹਾਜ਼ ਬਣਾਉਣਾ ਚਾਹੁੰਦੇ ਹਨ। ਜਾਮਨ ਏਕ ਭਾਵ ਨਿਜ ਸੋਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਕਰਨਾ ਕੀਤਾ, ਆਪਣੇ ਰੰਗ ਦੇ ਵਿੱਚ ਇੱਕ ਦਿਨ ਸੁੱਤੇ ਹੋਏ ਹਨ, ਵਿਸ਼ਰਾਮ ਕਰਨਾ ਕੀਤਾ। ਉਭੈ ਤਾਤ ਤਿਹ ਕਾਲ ਸਮੀਪ, ਸਤਿਗੁਰੂ ਮਹਾਰਾਜ ਵਿਸ਼ਰਾਮ ਦੇ ਵਿੱਚ ਸਨ ਤੇ ਮਹਾਰਾਜ ਜੀ ਦੇ ਦੋਵੇਂ ਸਪੁੱਤਰ ਬਾਬਾ ਸ਼੍ਰੀ ਸਸ ਪ੍ਰਤ ਤਬ ਨਿਕਟ ਬੁਲੀਪਾ, ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਸਸ ਪ੍ਰਤ, ਸ੍ਰੀ ਸਸ ਦਾ ਭਾਵ ਹੈ ਇਹ ਪਿਆਰਿਓ ਕਵੀ ਰਾਜ ਜੀ ਦੀ ਵਡਿਆਈ ਹੈ। ਦੇਖੋ ਉਹਨਾਂ ਨੇ ਨਾਮ ਦਾ ਵੀ ਅਰਥ ਕਰਕੇ ਅਰਥਾਂ ਦੇ ਨਾਲ ਨਾਮ ਨੂੰ ਸੰਬੋਧਨ ਕਰਨਾ ਕੀਤਾ। ਸਸ ਦਾ ਮਤਲਬ ਕੀ ਹੈ? ਚੰਦਰਮਾ। ਸ੍ਰੀ ਸਤ ਦਾ ਮਤਲਬ ਕਿ ਸ਼੍ਰੀ ਚੰਦ, ਭਾਵ ਕਿ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਵੱਡੇ ਲਖਤੇ ਜ਼ਿਕਰ ਲੜਕੇ ਨੂੰ ਬਾਬੇ ਸ਼੍ਰੀ ਚੰਦ ਨੂੰ ਆਪਣੇ ਕੋਲ ਬੁਲਾਉਣਾ ਕੀਤਾ। ਤਾਤ ਸੰਬਿਆਨ ਧੂਨ ਸਰ ਜਈਏ, ਸਤਿਗੁਰੂ ਜੀ ਕਹਿਣ ਲੱਗੇ, ਅੱਧੀ ਰਾਤ ਦਾ ਸਮਾਂ ਹੋ ਰਿਹਾ ਸੀ, ਸਤਿਗੁਰੂ ਜੀ ਕਹਿਣ ਲੱਗੇ ਬੇਟਾ ਜੀ ਇੱਕ ਕੰਮ ਕਰਨਾ ਕਰੋ, ਆ ਚਾਦਰਾ ਜਿਹੜਾ ਬਹੁਤ ਜ਼ਿਆਦਾ ਮਲੀਨ ਹੋ ਗਿਆ ਇਹਨੂੰ ਲਾਓ ਤੇ ਹੁਣੇ ਜਾਓ ਜਾ ਕਰਕੇ ਧੋ ਕੇ ਲੈ ਕੇ ਆਓ। ਸੂਖਤ ਕਰ ਤੂਰਨ ਟਿਕ ਲਿਆਈਏ, ਇਹਨੂੰ ਜਾ ਕਰਕੇ ਧੋਣਾ ਵੀ ਹੈ, ਰਗੜ ਰਗੜ ਕਰਕੇ ਖੁੱਲੇ ਪਾਣੀ ਦੇ ਵਿੱਚ, ਵੈਣ ਦੇ ਵਿੱਚ ਜਾ ਕਰਕੇ, ਦਰਿਆ ਦੇ ਵਿੱਚ, ਰਾਵੀ ਵਿੱਚ ਜਾ ਕਰਕੇ ਧੋ ਕੇ ਲੈ ਕੇ ਆਉਣਾ ਤੇ ਧੋ ਕਰਕੇ ਸੁਖਾ ਕਰਕੇ ਨਾਲ ਲੈ ਕੇ ਆਉਣਾ ਹੈ। ਤਾਤ ਕਹਿਤ ਹਮ ਸ਼ਰਮਤ ਕਰਨ ਤੇ, ਉਸ ਵੇਲੇ ਬਾਬਾ ਸ਼੍ਰੀ ਚੰਦ ਨੇ ਸਿੱਧਾ ਹੀ ਪਿਆਰਿਓ ਰੁੱਖਾ ਜਿਹਾ ਜਵਾਬ ਦੇ ਦਿੱਤਾ ਕਿ ਆ ਬਾਪੂ ਜੀ, ਪਿਤਾ ਜੀ ਅਸੀਂ ਬਹੁਤ ਥੱਕੇ ਹੋਏ ਆ, ਸਾਰਾ ਦਿਨ ਅਸੀਂ ਕੰਮ ਕਰਦੇ ਰਹੇ। ਕੋਮਲ ਕਰ ਹਮ ਨਿਸ਼ਾ ਠਰਨ ਤੇ, ਇੱਕ ਤਾਂ ਜਿਹੜਾ ਸਾਡੇ ਹੱਥ ਜਿਹੜੇ ਹਨ ਇਹ ਕੱਪੜੇ ਧੋਣ ਵਾਸਤੇ ਥੋੜੀ ਹੈ, ਕਿਉਂਕਿ ਸਾਡੇ ਹੱਥ ਬੜੇ ਕੋਮਲ ਹਨ। ਕਿਉਂਕਿ ਪਿਆਰਿਓ ਇੱਕ ਗੱਲ ਆਪ ਜੀ ਨੋਟ ਕਰਨਾ ਕਰੋ, ਜਿਹੜੇ ਮਿਹਨਤਾਂ ਨਾ ਕਰਦੇ ਹਨ, ਜਿਹੜੇ ਮਸ਼ੱਕਤੀ ਹੁੰਦੇ, ਉਹਨਾਂ ਦੇ ਹੱਥਾਂ ਨੂੰ ਵੇਖ ਕਰਕੇ ਪਤਾ ਚੱਲ ਜਾਂਦਾ ਕਿ ਭਾਈ ਇਹ ਬੰਦੇ ਕਿੰਨੇ ਮਸ਼ੱਕਤੀ ਹਨ। ਮਿਹਨਤ ਕਰਨ ਵਾਲੇ, ਸੇਵਾ ਕਰਨ ਵਾਲੇ, ਉਹਨਾਂ ਦੇ ਹੱਥ, ਉਹਨਾਂ ਦੇ ਪੈਰਾਂ ਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਭਾਈ ਇਹ ਮਸ਼ੱਕਤੀ ਬੰਦਾ ਹੈ, ਇਹ ਬਹੁਤ ਜ਼ਿਆਦਾ ਮਸ਼ੱਕਤ ਕਰਦਾ ਹੈ। ਤੇ ਜਿਹੜੇ ਮਸ਼ੱਕਤ ਨਹੀਂ ਕਰਦੇ ਉਹਨਾਂ ਦੇ ਹੱਥ ਬੜੇ ਕੂੜੇ ਜਿਹੇ ਹੁੰਦੇ ਹਨ। ਥੋੜਾ ਵੀ ਪਿਆਰਿਓ ਕੀ ਹੁੰਦਾ ਕਿ ਅੱਜ ਆਪ ਜੀ ਕਈ ਵਾਰੀ ਵੇਖੋ ਜਿਨ੍ਹਾਂ ਦੇ ਹੱਥ ਬੜੇ ਕੋਮਲ ਹੁੰਦੇ, ਥੋੜਾ ਸਾਬਣ ਵੀ ਜੇ ਵੱਧ ਲੱਗ ਜਾਵੇ ਤੇ ਉਹਦਾ ਹੱਥ ਜਿਹੜਾ ਮੁਰਝਾਇਆ ਜਾਂਦਾ ਹੈ ਉਹਨਾਂ ਦਾ। ਇਹਦਾ ਮਤਲਬ ਕਿ ਇਹਨੇ ਭਾਈ ਕੋਈ ਕੰਮ ਨਹੀਂ ਕਰਨਾ ਕੀਤਾ, ਇਹਦੇ ਹੱਥ ਬੜੇ ਕੋਮਲ ਹਨ। ਬਾਬੇ ਸ਼੍ਰੀ ਚੰਦ ਨੇ ਕਹਿ ਦਿੱਤਾ ਮਹਾਰਾਜ ਹੱਥ ਮੇਰੇ ਬੜੇ ਕੋਮਲ ਹਨ, ਹੁਣ ਸਰਦ ਦੀ ਰਾਤ ਹੈ, ਮੈਂ ਜਾਵਾਂ ਦਰਿਆ ਦੇ ਵਿੱਚ ਕੱਪੜੇ ਧੋਣ ਵਾਸਤੇ, ਪਾਣੀ ਵਿੱਚ ਹੱਥ ਪਾਵਾਂਗਾ ਤੇ ਮੇਰੇ ਹੱਥ ਹੀ ਠਰ ਜਾਣਗੇ। ਬਾਸਰ ਵੈ ਪ੍ਰੀਤ ਧੋ ਕਰ ਲਿਆਵੇ, ਕੋਈ ਗੱਲ ਨਹੀਂ ਹੈ, ਇੰਨੀ ਕਾਦੀ ਲੋੜ ਹੈ ਮਹਾਰਾਜ, ਜੇ ਤੁਹਾਨੂੰ ਆ ਚਾਦਰਾ ਠੀਕ ਨਹੀਂ ਲੱਗਦਾ ਕੋਈ ਗੱਲ ਨਹੀਂ, ਇਹਨੂੰ ਪਾਸੇ ਸੁੱਟ ਦਿਓ, ਗੁਰੂ ਘਰ ਦੇ ਵਿੱਚ ਚਾਦਰਾਂ ਦਾ ਘਾਟਾ ਥੋੜੀ ਹੈ, ਦੂਜਾ ਚਾਦਰਾ ਲਿਆਵਾਂਗੇ ਉਹ ਤੁਹਾਨੂੰ ਦੇ ਦੇਵਾਂਗੇ, ਤੇ ਆ ਚਾਦਰਾ ਮੈਨੂੰ ਦੇ ਦਿਓ, ਮੈਂ ਤਾਂ ਨਹੀਂ ਧੋਣਾ। ਲੇਕਿਨ ਜਦੋਂ ਦਿਨ ਚੜੇਗਾ, ਨੌਕਰ ਚਾਕਰ ਬਥੇਰੇ ਹਨ ਕੱਪੜੇ ਧੋਣ ਵਾਲੇ, ਧੋਬੀਆਂ ਨੂੰ ਦੇ ਕਰਕੇ
ਉਹਨਾਂ ਤੋਂ ਮਹਾਰਾਜ ਮੈਂ ਪਖਾਰ ਕੇ ਲਿਆਵਾਂਗਾ। ਹਮ ਤੇ ਯਹ ਕ੍ਰਿਤ ਹੋਏ ਨ ਆਵੇ। ਸਾਡੇ ਤੋਂ ਸਤਿਗੁਰੂ ਮਹਾਰਾਜ ਇਹ ਕੰਮ ਜਿਹੜਾ ਹੈ ਨਹੀਂ ਹੋ ਸਕਦਾ। ਲਗ ਸੁਤ ਪ੍ਰਤ ਜਬ ਕਹੇ ਗੁਰ ਐਸੇ। ਆਈ ਬਚਨ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਛੋਟੇ ਦੇ ਤਾਂ ਹੀ ਉਚਾਰਨ ਕੀਤਾ। ਪ੍ਰਤ ਉੱਤਰ ਸੋ ਕਹਤੇ ਹੋ ਕੈਸੇ। ਉਹਨੇ ਵੀ ਪ੍ਰਤ ਉੱਤਰ ਜਿਹੜਾ ਹੈ ਪਾ ਕੇ, ਜਿਹਨੂੰ ਆਪਾਂ ਡਿਕਟੂ ਬੋਲਦੇ ਆ, ਜਿਸ ਤਰ੍ਹਾਂ ਵੱਡੇ ਨੇ ਬਾਬੇ ਸ਼੍ਰੀ ਚੰਦ ਨੇ ਜਵਾਬ ਦੇ ਦਿੱਤਾ, ਉਸ ਤਰ੍ਹਾਂ ਹੀ ਹੂ ਬਾ ਹੂ ਜਿਹੜਾ ਹੈ ਬਾਬੇ ਲਖਮੀ ਦਾਸ ਨੇ ਵੀ ਉਹੀ ਜਵਾਬ ਦੇ ਦਿੱਤਾ। ਕਿਹਾ ਪਿਤਾ ਜੀ ਅੱਧੀ ਰਾਤ ਨੂੰ ਸਾਨੂੰ ਚਾਦਰਾ ਧੋਣ ਵਾਸਤੇ ਭੇਜ ਰਹੇ ਹੋ, ਮਹਾਰਾਜ ਆ ਕੰਮ ਸਾਡੇ ਤੋਂ ਨਹੀਂ ਹੋ ਸਕਦਾ। ਜੇ ਧੋਣਾ ਹੀ ਹੈ ਦਿਨੇ ਧੁਆ ਕੇ ਲੈ ਕੇ ਆਵਾਂਗੇ, ਲੇਕਿਨ ਇਹ ਕੰਮ ਅੱਧੀ ਰਾਤ ਨੂੰ ਅਸੀਂ ਨਹੀਂ ਕਰ ਸਕਦੇ ਹਾਂ, ਕਿਸ ਤਰ੍ਹਾਂ ਕਰਨਾ ਕਰੀਏ। ਜਬ ਲਹਿਣੇ ਪ੍ਰਤ ਸਤਿਗੁਰ ਭਾਖਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਬਾਬਾ ਲਹਿਣਾ ਜੀ ਦੇ ਵੱਲ ਇਸ਼ਾਰਾ ਕੀਤਾ, ਜਦੋਂ ਬਚਨ ਕੀਤਾ ਹਮ ਚਾਦਰ ਪੁਰਖਾ ਤੋ ਲਾਖਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਪੁਰਖਾ ਜਾਓ, ਆ ਚਾਦਰਾ ਧੋ ਕਰਕੇ ਲੈ ਕੇ ਆਓ ਖਾਂ। ਤਬ ਹੈ ਉਠਿਓ ਲਹਿਣਾ ਬੜ ਭਾਗਾ। ਵੱਡ ਭਾਗੀ ਬਾਬਾ ਲਹਿਣਾ ਜੀ ਨੇ, ਉਹਨਾਂ ਨੇ ਫਿਰ ਇਹ ਨਹੀਂ ਕਿਹਾ, ਤਾਲਮ ਟੋਲਾ ਨਹੀਂ ਕੀਤਾ ਕਿ ਨਹੀਂ ਮਹਾਰਾਜ ਅੱਧੀ ਰਾਤ ਹੈ, ਜਾਵਾਂਗੇ ਨਦੀ ਦੇ ਉੱਤੇ, ਰਾਤਰੀ ਦਾ ਸਮਾਂ ਹੈ ਮਹਾਰਾਜ, ਜਾਨਵਰਾਂ ਦਾ ਖਤਰਾ ਹੈ, ਜਾਂ ਦਿਨੇ ਜਾ ਕਰਕੇ ਧੋ ਕੇ ਲੈ ਕੇ ਆਵਾਂਗਾ, ਮੈਂ ਹੀ ਲਿਆਵਾਂਗਾ। ਇਹ ਕਿਹਾ ਨਹੀਂ ਉਹਨਾਂ ਨੇ। ਜਦੋਂ ਕਿਹਾ ਮਹਾਰਾਜ ਜੀ ਨੇ ਪੁਰਖਾ ਜਾਓ, ਉਸੇ ਵੇਲੇ 7 ਬਚਨ ਕਹਿ ਕਰਕੇ ਤਤਪਰ ਹੋ ਗਏ। ਸਰ ਮਹਿ ਜਾ ਪਟ ਧੂਵਨ ਲਾਗਾ। ਤੇ ਤੁਰੰਤ ਫਿਰ ਲੈ ਕਰਕੇ ਸਰ ਦੇ ਵਿੱਚ ਜਾ ਕਰਕੇ ਤੇ ਉਸੇ ਵੇਲੇ ਅੱਧੀ ਰਾਤ ਨੂੰ ਕੱਪੜਾ ਧੋਣਾ ਸ਼ੁਰੂ ਕਰ ਦਿੱਤਾ। ਬਾਸਰ ਅਰਧ ਭਾਨ ਖੈਨ ਪਰ ਤੂੰ। ਫਿਰ ਕੀ ਹੋਇਆ, ਕਿਉਂਕਿ ਮਹਾਰਾਜ ਜੀ ਨੇ ਕਿਹਾ ਕੱਪੜਾ ਬਸਤਰ ਧੋਣਾ ਹੈ, ਧੋ ਕਰਕੇ ਉਹਨੂੰ ਸੁਖਾ ਕਰਕੇ ਲੈ ਕੇ ਆਉਣਾ ਹੈ। ਕਪੜਾ ਤਾਂ ਪਿਆਰਿਓ ਰਾਤ ਨੂੰ ਹੀ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੇ ਧੋ ਦਿੱਤਾ। ਹੁਣ ਰਾਤ ਨੂੰ ਆਪ ਜੀ ਚੇਤੇ ਰੱਖੋ ਕਿ ਸਿਆਲਾਂ ਦਾ ਮੌਸਮ ਹੁੰਦਾ ਤੇ ਰਾਤਰੀ ਨੂੰ ਬਸਤਰ ਛੇਤੀ ਨਹੀਂ ਸੁੱਕਦੇ ਹਨ ਔਰ ਠੰਡੇ ਹੋ ਜਾਂਦੇ, ਤੇ ਮਹਾਰਾਜ ਜੀ ਨੇ ਇਹ ਵੀ ਕਿਹਾ ਸੀ ਸੁਖਾ ਕੇ ਲੈ ਕੇ ਆਉਣਾ, ਤੇ ਬਸਤਰ ਨਹੀਂ ਸੁਖਿਆ ਤੇ ਬਾਬਾ ਲਹਿਣਾ ਜੀ ਉਸ ਤਰ੍ਹਾਂ ਹੀ ਉੱਥੇ ਰਹੇ। ਤੇ ਜਦੋਂ ਉੱਥੇ ਹੀ ਵਿਸ਼ਰਾਮ ਕੀਤਾ, ਦਿਨ ਚੜਿਆ, ਸੂਰਜ ਦਾ ਜਦੋਂ ਉਦੈ ਹੋਇਆ, ਉਸ ਵੇਲੇ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਬਸਤਰ ਨੂੰ ਪਖਾਰ ਕੇ ਸੁਖਾ ਕਰਕੇ ਲੈ ਕੇ ਆਏ। ਲਖ ਲਹਿਣੇ ਮਨ ਅਚਰਜ ਸਮਤੂ। ਇਹ ਵੇਖ ਕਰਕੇ ਸਾਰੇ ਬਾਬਾ ਲਹਿਣਾ ਜੀ ਨੂੰ ਵੇਖ ਕਰਕੇ ਅਚਰਜਤਾ ਨੂੰ ਧਾਰਨ ਕਰਦੇ ਕਿ ਲਓ ਭਾਈ ਹੁਕਮ ਇਸ ਤਰ੍ਹਾਂ ਮੰਨਣਾ ਚਾਹੀਦਾ ਹੈ। ਧੋਏ ਸੁਕਾਏ ਚੈਲ ਲੈ ਆਵਾ। ਚੰਗੀ ਤਰ੍ਹਾਂ ਧੋ ਕਰਕੇ ਸੁਖਾ ਕਰਕੇ ਉਹਨੂੰ ਚੰਗੀ ਤਰ੍ਹਾਂ ਤਹਿ ਲਿਆ ਲਾ ਕਰਕੇ ਮਹਾਰਾਜ ਜੀ ਦੇ ਕੋਲ ਚਾਦਰਾ ਲੈ ਕੇ ਆਏ। ਧਰ ਸਤਿਗੁਰ ਟੇਕ ਭਾਲ ਨਿਵਾਵਾ। ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹ ਚਾਦਰਾ ਰੱਖ ਦਿੱਤਾ ਤੇ ਰੱਖ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਰ ਨਿਵਾਇਆ ਹੈ। ਇਹ ਪਿਆਰਿਓ ਸਿਰਫ ਚਾਦਰੇ ਦੀ ਗੱਲ ਨਹੀਂ ਹੈ, ਇਹ ਨਾ ਸਮਝਣਾ ਕਰੋ ਕਿ ਭਾਈ ਮਹਾਰਾਜ ਜੀ ਨੇ ਚਾਦਰਾ ਦਿੱਤਾ ਤੇ ਇਹ ਧੋ ਕੇ ਲੈ ਕੇ ਆਏ ਬਸ। ਨਹੀਂ ਪਿਆਰਿਓ, ਇੱਥੇ ਪਰਖ ਕੀਤੀ ਆ ਸਤਿਗੁਰੂ ਮਹਾਰਾਜ ਜੀ ਨੇ, ਕਿਉਂਕਿ ਜੇ ਚਾਦਰਾ ਹੀ ਧੋਣਾ ਤੇ ਸਤਿਗੁਰੂ ਮਹਾਰਾਜ ਦਿਨੇ ਵੀ ਧਵਾ ਸਕਦੇ, ਬਹੁਤ ਸਾਰੇ ਨੌਕਰ ਚਾਕਰ ਸਨ ਉਹਨਾਂ ਤੋਂ ਵੀ ਧਵਾ ਸਕਦੇ, ਲੇਕਿਨ ਹੁਕਮ ਕੌਣ ਮੰਨਦਾ ਤੇ ਕਦੋਂ ਮੰਨਦਾ, ਤਤਛਿਣ ਮੰਨਦੇ ਕਿ ਨਹੀਂ ਮੰਨਦੇ, ਇਹ ਸਤਿਗੁਰੂ ਮਹਾਰਾਜ ਜੀ ਨੇ ਪਰਖ ਕਰਨਾ ਸੀ। ਇਹ ਵੀ ਵੇਖਣਾ ਸੀ ਕਿ ਕਈ ਵਾਰੀ ਕੀ ਹੁੰਦਾ, ਆਪਾਂ ਹੁਕਮ ਤਾਂ ਮੰਨਦੇ ਆ, ਕੋਈ ਸਾਨੂੰ ਕਹਿ ਦਵੇ ਕਿ ਭਾਈ ਇਹ ਕੰਮ ਕਰਨਾ ਕਰ, ਆਪਾਂ ਕਹਿੰਦੇ ਜੀ ਹੁਣ ਤਾਂ ਨਹੀਂ ਕਰਾਂਗੇ, ਹੁਣ ਤਾਂ ਮੈਂ ਕੰਮ ਨਹੀਂ ਆ, ਹੁਣ ਤਾਂ ਬੀਜੀ ਆ, ਬਾਅਦ ਵਿੱਚ ਜਦੋਂ ਵੇਲ ਹੋਵੇਗੀ ਕੰਮ ਕਰਾਂਗੇ। ਕਰ ਤਾਂ ਦਿੰਦੇ ਹਨ, ਲੇਕਿਨ ਉਸੇ ਵੇਲੇ ਤਤਕਾਲ ਕਰਨਾ ਪਿਆਰਿਓ ਇਹ ਬਹੁਤ ਕਠਿਨ ਕੰਮ ਹੈ। ਆਪ ਜੀ ਕਦੇ ਵਿਚਾਰ ਕਰਨਾ ਕਰੋ ਕਿ ਅੱਧੀ ਰਾਤ ਨੂੰ ਤੇ ਜਦੋਂ ਬੰਦਾ ਸੁੱਤਾ ਹੋਇਆ ਹੋਵੇ, ਉਹਨੂੰ ਕੋਈ ਆ ਕਰਕੇ ਕਵੇ ਕਿ ਭਾਈ ਆ ਬਸਤਰ ਹੈ, ਇਹਨੂੰ ਲੈ ਕੇ ਜਾਓ, ਤੇ ਨਾਲ ਘਰ ਦੇ ਵਿੱਚ ਨਹੀਂ ਧੋਣਾ। ਜੇ ਮਹਾਰਾਜ ਧੁਲਾਉਣਾ ਹੀ ਹੈ ਤਾਂ ਘਰ ਦੇ ਵਿੱਚ ਵੀ ਧਵਾ ਸਕਦੇ ਸੀ, ਪਾਣੀ ਦਾ ਘਾਟਾ ਥੋੜੀ ਹੈ ਕਿ ਭਾਈ ਘਰ ਦੇ ਵਿੱਚ ਪਾਣੀ ਨਹੀਂ ਹੈ। ਮਹਾਰਾਜ ਜੀ ਨੇ ਪਰਖ ਕਰਨ ਵਾਸਤੇ ਕਿਹਾ ਵਹਿਣ ਦੇ ਵਿੱਚ ਜਾ ਕਰਕੇ ਧੋਣਾ, ਧੋ ਕਰਕੇ ਇਹਨੂੰ ਸੁਖਾ ਕਰਕੇ ਲੈ ਕੇ ਆਉਣਾ। ਇਹ ਪਰਖ ਕਰਨਾ ਚਾਹੁੰਦੇ ਤੇ ਸੀ, ਤੇ ਇਹ ਪਰਖ ਦੇ ਵਿੱਚ ਵੀ ਬਾਬਾ ਤੇਰੀ ਗਤ ਤੂੰ ਜਾਨ ਬਖਾਨੇ। ਉਸ ਵੇਲੇ ਬਾਬਾ ਲਹਿਣਾ ਜੀ ਨੇ ਇਹ ਨਹੀਂ ਕਿਹਾ ਕਿ ਸਤਿਗੁਰੂ ਮਹਾਰਾਜ ਰਾਤ ਦੇ 12, 2, 1 ਵੱਜ ਰਹੇ ਸਨ
ਕਿਹਾ ਸਤਿਗੁਰੂ ਮਹਾਰਾਜ ਇਹ ਤਾਂ ਤੁਹਾਡੀ ਗੱਤ ਹੈ, ਤੁਮਰੀ ਗੱਤ ਤੁਮ ਹੀ ਜਾਣੀ। ਸਤਿਗੁਰੂ ਮਹਾਰਾਜ ਇਹ ਤੁਹਾਡੀ ਗੱਤ ਜਿਹੜੀ ਹੈ ਇਹ ਆਪ ਜੀ ਹੀ ਜਾਣ ਸਕਦੇ ਹੋ। ਆਪ ਨੂੰ ਅੰਤਰਜਾਮੀ ਨੂੰ ਸਭ ਪਤਾ ਹੈ ਕਿ ਕਿੰਨੀ ਕੋ ਰਾਤ ਦਾ ਸਮਾਂ ਸੀ ਕਰਕੇ। ਦੋਹਰਾ ਸਤਿਗੁਰ ਕਹੈ ਜੋ ਵਸਤ ਹੈ, ਭਾਗ ਜਿਸੇ ਸੋ ਪਾਏ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਜਾਂ ਕੈ ਮਸਤਕ ਭਾਗ ਸਾਧ ਸੇਵਾ ਲਾਇਆ। ਜਿਹਦੇ ਮਸਤਕ ਦੇ ਉੱਤੇ ਭਾਗ ਜਾਗਰਤ ਹੁੰਦੇ ਹਨ ਉਹਨੂੰ ਹੀ ਭਾਈ ਵਡਿਆਈ ਦੀ ਪ੍ਰਾਪਤੀ ਹੁੰਦੀ ਹੈ। ਬਿਨ ਭਾਗਾਂ ਨਹਿ ਮਿਲਤ ਹੈ, ਕੋਟਿਕ ਜਤਨ ਕਮਾਏ। ਜੇ ਬੰਦਾ ਕਰੋੜਾਨ ਕਰੋੜ ਯਤਨ ਕਰਨਾ ਕਰੇ ਲੇਕਿਨ ਗੁਰੂ ਘਰ ਦੇ ਵਿੱਚੋਂ ਵਡਿਆਈਆਂ ਜੋ ਹੈ ਗੁਰਤਾ ਗੱਦੀ ਦੀ ਪ੍ਰਾਪਤੀ ਬਿਨ ਭਾਗਾਂ ਸਤ ਸੰਗ ਨਾ ਲੱਭੈ। ਬੇਸ਼ੱਕ ਪਿਆਰਿਓ ਕੁਝ ਚੀਜ਼ਾਂ ਇਹੋ ਜੀਆਂ ਹੁੰਦੀਆਂ ਹਨ, ਸੰਸਾਰੀ ਮੁਰਾਦਬੇ ਹੋ ਗਏ, ਸੰਸਾਰ ਦੀ ਮਾਇਆ ਜਿਹੜੀ ਹੈ ਇਹਦੇ ਵਾਸਤੇ ਤੁਹਾਨੂੰ ਮਿਹਨਤ ਕਰਨਾ ਪਵੇਗਾ, ਮਸ਼ੱਕਤ ਕਰਨੀ ਪਵੇਗੀ। ਜੇ ਤੁਸੀਂ ਹੱਥ ਦੇ ਉੱਤੇ ਹੱਥ ਧਰ ਕਰਕੇ ਬੈਠ ਜਾਓ, ਕਹੋ ਕਿ ਭਾਈ ਮੈਂ ਕੰਮ ਨ ਜਾਵੇ, ਜੇ ਮੇਰੇ ਭਾਗ ਦੇ ਵਿੱਚ ਲਿਖੀ ਹੋਵੇਗੀ ਤਾਂ ਘਰ ਚੱਲ ਕੇ ਆਵੇਗੀ, ਨਹੀਂ ਆ ਸਕਦੀ ਹੈ, ਤੁਹਾਨੂੰ ਮਿਹਨਤ ਕਰਨਾ ਪਵੇਗਾ। ਬਾਹਰੀ ਪਦਾਰਥ ਵਾਸਤੇ, ਬਾਹਰੀ ਰੁਤਬੇ ਦੇ ਵਾਸਤੇ ਬੰਦੇ ਨੂੰ ਕੀ ਕੁਛ ਨਹੀਂ ਕਰਨਾ ਪੈਂਦਾ। ਕੋਈ ਮੁਰਾਦਬਾ, ਕੋਈ ਪੋਸਟ ਪ੍ਰਾਪਤ ਕਰਨੀ ਹੋਵੇ ਤੇ ਕੀ ਕੁਛ ਬੰਦਾ ਨਹੀਂ ਕਰ ਜਾਂਦਾ। ਲੇਕਿਨ ਜੇ ਵਡਿਆਈ ਦੀ ਪ੍ਰਾਪਤੀ ਗੁਰੂ ਘਰ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੀ ਜੇ ਕਿਰਪਾ ਦੇ ਪਾਤਰ ਬਣਨਾ ਤਾਂ ਪਿਆਰਿਓ ਫਿਰ ਮਹਾਰਾਜ ਜੀ ਦੀ ਕਿਰਪਾ ਹੀ ਚਾਹੀਦੀ ਹੈ। ਜੇ ਕਿਰਪਾ ਹੋਵੇ ਤਾਂ ਹੀ ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਵਡਿਆਈਆਂ ਦੀ ਪ੍ਰਾਪਤੀ, ਗੁਰੂ ਘਰ ਦੀ ਗੁਰਤਾ ਗੱਦੀ ਦੀ ਪ੍ਰਾਪਤੀ ਹੁੰਦੀ ਹੈ। ਅਪਰ ਪਰੀਖਿਆ ਲੈਣ ਕੀ ਸਤਿਗੁਰ ਕੇ ਮਨ ਚਾਹੇ। ਮਹਾਰਾਜ ਜੀ ਦੇ ਮਨ ਦੇ ਵਿੱਚ ਇਹ ਚਾਹ ਸੀ ਕਿ ਭਾਈ ਔਰ ਵੀ ਇਹਨਾਂ ਦੀ ਆਪਾਂ ਪਰੀਖਿਆ ਲੈਣਾ ਕਰੀਏ। ਇੱਕ ਦਿਨ ਸਿੱਖਨ ਕਰ ਬਲਤ ਉਭੈ ਤਾਤ ਟਿਗ ਆਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਕਰਨਾ ਕੀਤਾ, ਇੱਕ ਦਿਨ ਸਿੱਖਾਂ ਦੇ ਨਾਲ ਸਤਿਗੁਰੂ ਮਹਾਰਾਜ ਘਿਰੇ ਹੋਏ ਹਨ, ਬੈਠੇ ਹੋਏ। ਉਸੇ ਵੇਲੇ ਦੋਵੇਂ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਆਏ। ਚੌਪਈ ਹੁਤੀ ਸੁਲਖਣੀ ਢਿਗ ਤਹਿ ਕਾਲਾ। ਨਾਲ ਉਸ ਵੇਲੇ ਮਾਤ ਸੁਲਖਣੀ ਜੀ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ। ਕਹਿਹਾਂ ਬਾਸਨ ਲੀਨ ਕਿਰਪਾਲਾ। ਸਤਿਗੁਰੂ ਮਹਾਰਾਜ ਜੀ ਨੇ ਕਾਂਸੇ ਦਾ ਭਾਂਡਾ, ਕਹਿ ਦਾ ਭਾਂਡਾ ਜਿਹੜਾ ਹੱਥ ਵਿੱਚ ਧਾਰਨ ਕਰਨਾ ਕੀਤਾ। ਝੂਠ ਨੀਰ ਕਰਦਮ ਗੰਭੀਰਾ। ਤੇ ਨਾਲ ਕੀ ਕਰਨਾ ਕੀਤਾ, ਉਹ ਭਾਂਡਾ ਲੈ ਕਰਕੇ ਜਿੱਥੇ ਘਰ ਦੀ ਜੂਠ ਜਾ ਕਰਕੇ ਪੈਂਦੀ ਸੀ, ਭਾਵ ਕਿ ਜਿਹੜਾ ਛੱਪੜ ਜਿਹੜਾ ਹੈ, ਕਿਉਂਕਿ ਪੰਜਾਬ ਦੇ ਵਿੱਚ ਆਪ ਜੀ ਵੇਖੋ, ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪਿਆਰਿਓ ਕੀ ਹੁੰਦਾ, ਤੇ ਪਿੰਡਾਂ ਦੇ ਵਿੱਚ ਜਿੰਨਾ ਵੀ ਜਿਹੜਾ ਫਾਲਤੂ ਦਾ ਜੋ ਜਲ ਹੁੰਦਾ ਹੈ, ਇਸਤੇਮਾਲ ਕੀਤਾ ਹੋਇਆ ਜਲ ਜਿਹੜਾ ਹੈ ਉਹ ਲਿਆ ਕਰਕੇ ਛੱਪੜਾਂ ਦੇ ਵਿੱਚ ਪਾ ਦਿੱਤਾ ਜਾਂਦਾ। ਤੇ ਛੱਪੜ ਜਿਹੜੀ ਗੰਦਗੀ ਦੇ ਨਾਲ, ਕਿਚੜ ਦੇ ਨਾਲ, ਪਾਣੀ ਦੇ ਨਾਲ ਉਹ ਭਰੇ ਹੋਏ ਹੁੰਦੇ। ਸਤਿਗੁਰੂ ਮਹਾਰਾਜ ਬੈਠੇ ਹੋਏ ਹਨ, ਨਾਲ ਛਪੜੀ ਹੈ। ਮਹਾਰਾਜ ਜੀ ਨੇ ਉਹ ਕਹਿ ਦਾ ਭਾਂਡਾ ਲੈ ਕਰਕੇ ਝੂਠ ਨੀਰ ਕਰਦਮ ਗੰਭੀਰਾ ਤਹਿ ਮਹਿ ਡਾਰਿਓ ਗੁਨੀ ਗਹੀਰਾ। ਗੁਨੀ ਗਹੀਰ ਸਤਿਗੁਰੂ ਮਹਾਰਾਜ ਜੀ ਨੇ ਭਾਂਡਾ ਜਿਹੜਾ ਹੈ ਉਹ ਕਰਦਮ ਦੇ ਵਿੱਚ, ਗੰਦਗੀ ਦੇ ਵਿੱਚ, ਛੱਪੜ ਦੇ ਵਿੱਚ ਸੁੱਟ ਦਿੱਤਾ, ਪਾ ਦਿੱਤਾ। ਸ੍ਰੀ ਚੰਦ ਸੋ ਆਇਸ ਪ੍ਰਾਹੀ। ਤੇ ਨਾਲ ਬਾਬਾ ਸ਼੍ਰੀ ਚੰਦ ਦੇ ਤਾਂ ਹੀ ਬਚਨ ਕੀਤਾ, ਆਗਿਆ ਕੀਤੀ। ਵਾਸਨ ਗਿਰਿਓ ਪੰਕ ਕੇ ਮਾਹੀ। ਸਤਿਗੁਰੂ ਜੀ ਕਹਿਣ ਲੱਗੇ, ਵੇ ਸਪੁੱਤਰ ਜੀਓ, ਆ ਭਾਂਡਾ ਜਿਹੜਾ ਹੈ ਕਿ ਚਿੱਕੜ ਦੇ ਵਿੱਚ ਗਿਰ ਗਿਆ, ਪੈ ਗਿਆ। ਸੋ ਨਿਕਾਸ ਆਨਹੁ ਮਮ ਪਾਹੀ। ਇੱਕ ਕੰਮ ਕਰਨਾ ਕਰੋ, ਜਾਓ ਕਿਚੜ ਦੇ ਵਿੱਚ ਉਤਰ ਕਰਕੇ ਉਹ ਭਾਂਡਾ ਉਹਨੂੰ ਬਾਹਰ ਕੱਢ ਕਰਕੇ ਲੈ ਕੇ ਆਓ। ਜਲ ਹੈ ਪਖਾਰ ਸਵੱਛ ਕਰ ਤਾਹੀ। ਫਿਰ ਉਹਨੂੰ ਲਿਆ ਕਰਕੇ ਚੰਗੀ ਤਰ੍ਹਾਂ ਜਲ ਦੇ ਨਾਲ ਪਖਾਰ ਕਰਕੇ ਉਹਨੂੰ ਚੰਗੀ ਤਰ੍ਹਾਂ ਮਾਂਜ ਕਰਕੇ ਲੈ ਕੇ ਆਓ। ਦੋਹਰਾ ਸੋ ਸੁਨ ਕੇ ਬੋਲਿਓ ਬਚਨ ਗਰਭ ਮੋਲੇ ਚੀਰ। ਤੇ ਬਚਨ ਕਰਨਾ ਕੀਤਾ, ਸੁਣ ਕਰਕੇ ਬਾਬੇ ਸ਼੍ਰੀ ਚੰਦ ਨੇ ਕਿਹਾ ਕਿ ਸਤਿਗੁਰੂ ਜੀ ਮਹਾਰਾਜ ਆਪ ਜੀ ਕਹਿੰਦੇ ਕਿ ਆ ਭਾਂਡਾ ਕੱਢ ਕੇ ਲੈ ਕੇ ਆਓ, ਲੇਕਿਨ ਮਹਾਰਾਜ ਉਹ ਗੰਦਗੀ ਦੇ ਵਿੱਚ, ਚਿੱਕੜ ਦੇ ਵਿੱਚ ਉਹ ਪਿਆ ਹੋਇਆ ਤੇ ਆਪ ਜੀ ਵੇਖਦੇ ਨਹੀਂ। ਮੈਨੇ ਆਪਣੇ ਗਲ ਦੇ ਵਿੱਚ ਬਹੁਤ ਵੱਡਮੁੱਲਾ ਪੁਸ਼ਾਕ ਮੈਨੇ ਪਾਉਣਾ ਕੀਤਾ। ਹਿਤ ਬਾਸਨ ਕੇ ਨਹਿ ਬਰੋਂ ਮਲੀਨ ਝੂਠ ਇਹ ਨੀਰ। ਤੇ ਹਿਤ ਬਾਸਨ ਕੇ ਨਹਿ ਬਰੋਂ, ਸਿਰਫ ਆ ਨਿੱਕਾ ਜਿਹਾ ਭਾਂਡਾ ਜਿਹੜਾ ਹੈ ਇਹ ਕਹਿ ਦਾ ਭਾਂਡਾ। ਚਲੋ ਕੋਈ ਸੋਨੇ ਦਾ ਕੋਈ ਪਤੀਲਾ ਗਿਰ ਜਾਵੇ, ਸੋਨਾ ਕੋਈ ਗਿਰ ਜਾਵੇ, ਉਹਦੇ ਵਾਸਤੇ ਤੁਸੀਂ ਕਹਿ ਦਿਓ ਤੇ ਬੰਦਾ ਕਹਿ ਵੀ ਦਵੇਗਾ, ਹਾਂ ਭਾਈ ਚਲੋ ਸੋਨਾ ਕੱਢਣਾ ਹੈ।
ਤੇ ਫਿਰ ਮੇਰੇ ਬਸਤਰ ਲਿਬੜ ਗਏ, ਖਰਾਬ ਹੋ ਗਏ। ਆ ਨਿੱਕਾ ਜਿਹਾ ਜਿਹੜਾ ਫਾਲਤੂ ਦਾ ਭਾਂਡਾ ਜਿਹੜਾ ਉਹਦੇ ਵਾਸਤੇ ਮੈਂ ਜਾਵਾਂ, ਜਾ ਕਰਕੇ ਉਹਨੂੰ ਮੈਂ ਕੱਢ ਕੇ ਲੈ ਕੇ ਆਵਾਂ ਤੇ ਮਹਾਰਾਜ ਮੇਰੇ ਬਸਤਰ ਤਾਂ ਖਰਾਬ ਹੋ ਜਾਣਗੇ, ਮੇਰੇ ਬਸਤਰ ਜਿਹੜੇ ਝੂਠ ਦੇ ਨਾਲ ਭਰ ਜਾਣਗੇ। ਚੌਪਈ 10 ਸਿੱਖ ਆਗੇ ਬਹੁ ਮੇਰੇ। ਕਹਿੰਦਾ ਕਿ ਮੇਰੇ ਅੱਗੇ ਤੁਸੀਂ ਮੈਨੂੰ ਕਹਿੰਦੇ, ਲੇਕਿਨ ਮੇਰੇ ਅੱਗੇ ਵੀ ਬਹੁਤ ਸਾਰੇ ਦਾਸ ਨੌਕਰ ਚਾਕਰ ਲੱਗੇ ਹੋਏ ਹਨ। ਮਾਨਹਿ ਬਚਨ ਨਾ ਕਰਹੀ ਦੇਰੇ। ਤੁਸੀਂ ਇੱਕ ਕੰਮ ਕਰਨਾ ਕਰੋ ਮਹਾਰਾਜ, ਇਹ ਕੰਮ ਮੈਂ ਤਾਂ ਨਹੀਂ ਕਰ ਸਕਦਾ, ਲੇਕਿਨ ਤੁਸੀਂ ਕਹੋਗੇ ਮੈਂ ਆਪਣੇ ਅੱਗੇ ਨੌਕਰਾਂ ਨੂੰ ਕਹਿ ਕਰਕੇ ਉਹ ਭਾਂਡਾ ਕਢਾ ਕੇ ਲੈ ਕੇ ਆਵਾਂ। ਆਇਸ ਦੇਹੁ ਨਿਕਾਸੈ ਸੂਈ। ਆਪ ਜੀ ਆਗਿਆ ਦਿਓ, ਮੈਂ ਤਾਂ ਨਹੀਂ ਬਣਨਾ, ਲੇਕਿਨ ਆਪਣੇ ਨੌਕਰ ਕਰਨਾ ਕਰੋ, ਉਹਨਾਂ ਨੂੰ ਭੇਜ ਕਰਕੇ ਮੈਂ ਕਢਾ ਲਵਾਂ। ਮੈਂ ਕਾਢੂ ਮਹਿਮਾ ਘਟ ਹੋਈ। ਜੇ ਸਤਿਗੁਰੂ ਮਹਾਰਾਜ ਮੈਂ ਜਾ ਕਰਕੇ ਕੱਢ ਕੇ ਲਿਆਵਾਂਗਾ ਨਾ ਤੇ ਫਿਰ ਮੇਰੀ ਮਹਿਮਾ ਜਿਹੜੀ ਹੈ ਉਹ ਘਟ ਜਾਵੇਗੀ। ਲੋਕਾਂ ਨੇ ਕਹਿਣਾ ਕਿ ਲਓ ਭਾਈ ਗੁਰੂ ਪੁੱਤਰ ਰਹਿ ਕਰਕੇ, ਇੰਨੀ ਵੱਡੀ ਵਡਿਆਈ ਦਾ ਮਾਲਕ ਰਹਿ ਕਰਕੇ ਕਿਚੜ ਦੇ ਵਿੱਚ ਵੜ ਗਿਆ, ਗੰਦਗੀ ਦੇ ਵਿੱਚ ਵੜ ਗਿਆ। ਕਾਦੇ ਵਾਸਤੇ? ਨਿੱਕਾ ਜਿਹਾ ਭਾਂਡਾ, ਕਹੇ ਦਾ ਭਾਂਡਾ। ਚੱਲ ਕੋਈ ਹੀਰਾ ਗਿਰ ਜਾਵੇ, ਕੋਈ ਬੇਸ਼ਕੀਮਤੀ ਕੋਈ ਗਹਿਣਾ ਗਿਰ ਜਾਵੇ, ਉਹਨੂੰ ਕੱਢਣ ਵਾਸਤੇ ਬੰਦਾ ਜਾਂਦਾ ਤਾਂ ਚਲੋ ਆਪਾਂ ਮੰਨ ਸਕਦੇ ਹਾਂ। ਇਹ ਫਾਲਤੂ ਦਾ ਭਾਂਡਾ ਜਿਹੜਾ ਉਹਨੂੰ ਕੱਢਣ ਦੇ ਵਾਸਤੇ ਮੈਂ ਗੰਦਗੀ ਵਿੱਚ ਲਿਬੜ ਜਾਵਾਂ, ਲੋਕੀ ਵੇਖ ਕਰਕੇ ਹੱਸਣਗੇ, ਮੇਰਾ ਮਜ਼ਾਕ ਉਡਾਉਣਗੇ, ਕਹਿਣਗੇ ਕਿ ਬਾਬਾ ਸ਼੍ਰੀ ਚੰਦ ਆ ਨਿੱਕੇ ਜਿਹੇ ਭਾਂਡੇ ਵਾਸਤੇ ਆਪਣਾ ਸਰੀਰ ਗੰਦਗੀ ਦੇ ਨਾਲ, ਕੱਪੜੇ ਵੀ ਗੰਦਗੀ ਦੇ ਨਾਲ ਤੂਨੇ ਭਰ ਦਿੱਤੇ। ਇਸ ਪ੍ਰਕਾਰ ਸੁਣ ਕੇ ਜਗਨਾਥ। ਇਸ ਤਰ੍ਹਾਂ ਸੁਣ ਕਰਕੇ ਜਗਤ ਦੇ ਮਾਲਕ ਬੋਲੇ ਪੁਨ ਦੂਸਰ ਸੁਤ ਸਾਤ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਦੂਜੇ ਸਪੁੱਤਰ ਦੇ ਤਾਈ ਆਹੀ ਬਚਨ ਕੀਤਾ। ਲਖਮੀ ਦਾਸ ਨਿਕਾਸੁ ਜਾਈ। ਸਤਿਗੁਰੂ ਜੀ ਕਹਿਣ ਲੱਗੇ ਵੇ ਲਖਮੀ ਦਾਸ, ਹੁਣ ਜਾ ਪਈ ਤੂੰ ਜਾ ਕਰਕੇ ਭਾਂਡਾ ਕੱਢ ਕੇ ਲਿਆਵੀਂ। ਮਾਂਜੋ ਸੁਚ ਕਰੀਏ ਤਹਿ ਤਾਈ। ਉਹਨੂੰ ਕੱਢ ਕਰਕੇ ਚੰਗੀ ਤਰ੍ਹਾਂ ਮਾਂਜਣਾ ਕਰਕੇ ਉਹਨੂੰ ਲੈ ਕੇ ਆਉਣਾ ਕਰ। ਸੁਨਤ ਸ਼ਰੌਨ ਤਿਨ ਬੈਨ ਬਖਾਨੇ। ਸੁਣ ਕਰਕੇ ਤੁਰੰਤ ਲਖਮੀ ਦਾਸ ਨੇ ਵੀ ਬਚਨ ਕਰ ਦਿੱਤਾ। ਪਿਤ ਜੀ ਤੁਮ ਹੋ ਅਧਿਕ ਸਿਆਣੇ। ਕਹਿੰਦਾ ਕਿ ਬਾਬਾ ਜੀ, ਪਿਤਾ ਜੀ ਤੁਸੀਂ ਤਾਂ ਬਹੁਤ ਸਮਝਦਾਰ ਸਿਆਣੇ ਹੋ। ਮੰਦ ਕਾਮ ਹਮ ਪੈ ਕਰਵਾਵਾ। ਸਤਿਗੁਰੂ ਮਹਾਰਾਜ ਤੁਹਾਨੂੰ ਕੁਝ ਲੱਗਦਾ ਕਿ ਨਹੀਂ ਲੱਗਦਾ? ਇਹੋ ਜਿਹੇ ਪੁੱਠੇ ਗੰਦੇ ਕੰਮ ਆਪ ਜੀ ਆਪਣੇ ਬੱਚਿਆਂ ਤੋਂ ਕਰਾਓਗੇ। ਸਭ ਲੋਕਨ ਮਹਿਮਾਨ ਘਟਾਵਾ। ਸਾਰੇ ਲੋਕਾਂ ਦੇ ਵਿੱਚ ਸਾਡਾ ਤਾਂ ਮਾਨ ਘਟ ਹੀ ਜਾਣਾ ਹੈ। ਜੇ ਮੈਂ ਉੱਥੇ ਗੰਦਗੀ ਦੇ ਵਿੱਚ ਵੜ ਕਰਕੇ ਲਿਆਵਾਂਗਾ ਤੇ ਮੇਰਾ ਤਾਂ ਮਾਨ ਘਟਣਾ, ਮੇਰੇ ਨਾਲ ਨਾਲ ਤੁਹਾਡਾ ਵੀ ਮਾਨ ਘਟ ਜਾਵੇਗਾ। ਲੋਕਾਂ ਨੇ ਕਹਿਣਾ ਕਿ ਲਓ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਭਾਂਡਿਆਂ ਦੀ ਥੋੜੀ ਕਮੀ ਹੈ, ਇਹ ਨਿੱਕੇ ਜਿਹੇ ਭਾਂਡੇ ਵਾਸਤੇ ਆਪਣੇ ਬੱਚੇ ਦੇ ਬਸਤਰ ਲੜਾ ਦਿੱਤੇ, ਖਰਾਬ ਕਰਵਾ ਦਿੱਤੇ, ਗੰਦਗੀ ਦੇ ਵਿੱਚ ਤੇ ਝੂਠ ਦੇ ਵਿੱਚ, ਜਿੱਥੇ ਗੰਦਗੀ ਪੈਂਦੀ ਹੈ ਕਿਚੜ ਦੇ ਵਿੱਚ ਆਪਣੇ ਬੱਚੇ ਨੂੰ ਵਾੜ ਦਿੱਤਾ। ਇਸੇ ਪ੍ਰਕਾਰ ਤੁਮਾਰ ਸੁਭਾਅ। ਉਹਨੇ ਸਿੱਧਾ ਹੀ ਕਹਿ ਦਿੱਤਾ ਸਤਿਗੁਰੂ ਮਹਾਰਾਜ ਤੁਹਾਡਾ ਤਾਂ ਸੁਭਾਅ ਹੀ ਇਹੋ ਜਿਹਾ ਬਣ ਗਿਆ, ਪੁੱਠੇ ਜੇ ਕੰਮ ਕਰੀ ਜਾਂਦੇ ਹੋ। ਕਦੇ ਕਹਿੰਦੇ ਅੱਧੀ ਰਾਤ ਨੂੰ ਜਾ ਕਰਕੇ ਬਸਤਰ ਧੋ ਕੇ ਲੈ ਕੇ ਆਓ, ਕਦੇ ਕਹਿੰਦੇ ਜੀ ਚੂਹਾ ਮਰਿਆ ਆ ਉਹਨੂੰ ਸੁੱਟ ਕੇ ਆਓ, ਕਦੇ ਕਹਿੰਦੇ ਜੀ ਮੁਰਦਾ ਖਾਓ ਕਰਕੇ। ਲੱਗਦਾ ਤੁਹਾਡਾ ਇਹੀ ਸੁਭਾਅ ਬਣ ਗਿਆ, ਪੁੱਠੇ ਕੰਮ ਕਰਨਾ ਤੇ ਦੂਜਿਆਂ ਤੋਂ ਵੀ ਪੁੱਠਾ ਕੰਮ ਕਰਾਉਣਾ। ਕਹੋ ਆਪ ਹਮ ਕਰੈ ਨ ਕਾਉ। ਜਿਉ ਮਰਜੀ ਆਪ ਜੀ ਕਹਿਣਾ ਕਰੋ। ਹੁਣ ਤਾਂ ਪ੍ਰੇਮ ਨਾਲ ਜੇ ਆਗਿਆ ਹੁਕਮ ਵੀ ਕਰਦੇ ਤਾਂ ਵੀ ਮਹਾਰਾਜ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਹੈ। ਤਬ ਲਹਿਣੇ ਦਿਸ਼ ਕਿਰਪਾ ਨਿਧਾਨ। ਸਤਿਗੁਰੂ ਮਹਾਰਾਜ ਕਿਰਪਾ ਨਿਧਾਨ ਜੀ ਨੇ ਜਦੋਂ ਬਾਬੇ ਲੈਣੇ ਦੇ ਵਾਲਾ ਅਬ ਲੋਕਿਓ ਅਸ ਬਚਨ ਬਖਾਨਾ। ਵੇਖ ਕਰਕੇ ਆਹੀ ਬਚਨ ਉਹਨਾਂ ਦੇ ਪ੍ਰਤੀ ਜਦੋਂ ਉਚਾਰਨ ਕੀਤਾ। ਮਹਾ ਭਾਗ ਕਰਦਮ ਕੈ ਮਾਹੀ। ਸਤਿਗੁਰੂ ਜੀ ਕਹਿਣ ਲੱਗੇ ਮਹਾਭਾਗਸ਼ਾਲੀ ਬਾਬਾ ਲੈਣਾ ਜੀ ਆ ਗੰਦਗੀ ਦੇ ਵਿੱਚ ਜਾਇ ਨਿਕਾਸ ਸਵੱਛ ਕਰ ਤਾਹੀ। ਤੁਰੰਤ ਜਾ ਕਰਕੇ ਆ ਭਾਂਡਾ ਕੱਢ ਕੇ ਇਹਨੂੰ ਸਵੱਛ ਕਰਕੇ ਲੈ ਕੇ ਆਓ, ਸਾਨੂੰ ਇਹੀ ਭਾਂਡੇ ਦੇ ਨਾਲ ਕੰਮ ਹੈ। ਗਰਭ ਮੋਲੇ ਚੀਰ ਸੁਹਾਈ। ਕਵੀ ਰਾਜੀ ਕਹਿੰਦੇ ਕਿ ਜਿਸ ਤਰ੍ਹਾਂ ਬਸਤਰ ਜਿਹੜੇ, ਕਿਉਂਕਿ ਬਾਬਾ ਲੈਣਾ ਜੀ ਬਹੁਤ ਉੱਚ ਘਰਾਣੇ ਦੇ ਸਨ, ਮਾਇਆ ਦੇ ਪੱਖੋਂ ਕੋਈ ਘਾਟਾ ਨਹੀਂ ਸੀ, ਵਡਮੁੱਲੇ ਬਸਤਰ ਧਾਰਨ ਕਰਦੇ ਸਨ। ਬਾਬੇ ਸ਼੍ਰੀ ਚੰਦ ਤੇ ਲਖਮੀ ਦਾਸ ਤੋਂ ਵੀ ਬਹੁਮੁੱਲੇ ਬਸਤਰ ਉਹਨਾਂ ਨੇ ਧਾਰਨ ਕੀਤੇ। ਸੁਨ ਆਇਸ ਨਹਿ ਦੇਰ ਲਗਾਈ। ਸੁਣ ਕਰਕੇ ਉਹਨਾਂ ਨੇ ਦੇਰ ਨਹੀਂ ਕਰਨੀ ਕੀਤੀ ਹੈ ਕਿ ਮੈਂ ਜਾਵਾਂਗਾ ਕੱਪੜੇ ਭਿੱਜ ਜਾਣਗੇ ਤੇ ਗੰਦਗੀ ਦੇ ਨਾਲ ਲਿਬੜ ਜਾਣਗੇ ਕਰਕੇ। ਕੂਦ
ਭਰਿਓ ਕਰਦਮ ਕੇ ਮਾਹੀ। ਤੁਰੰਤ ਭੱਜ ਕਰਕੇ ਗੰਦਗੀ ਦੇ ਵਿੱਚ ਛਾਲ ਮਾਰਨੀ ਕੀਤੀ। ਆਇਸ ਅਨੁਸਾਰੀ ਪ੍ਰਣ ਜਾਹੀ। ਜਿਨ੍ਹਾਂ ਨੇ ਪ੍ਰਣ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦਾ ਬਚਨ ਮੋੜਨਾ ਨਹੀਂ ਹੈ। ਜੋ ਮਹਾਰਾਜ ਜੀ ਬਚਨ ਕਰਨਗੇ, ਜੋ ਸਾਨੂੰ ਕਾਰ ਤੇ ਲਾਉਣਗੇ, ਉਹ ਕਾਰ ਅਸਾਂ ਨੇ ਕਰਨੀ ਹੈ। ਬਾਸਨ ਕੋ ਨਿਕਾਸ ਲੈ ਆਵਾਂ। ਤੁਰੰਤ ਜਾ ਕਰਕੇ ਭਾਂਡੇ ਨੂੰ ਕੱਢ ਕਰਕੇ ਲਿਆਉਣਾ ਕੀਤਾ। ਮਾਂਜ ਪਖਾਰਿਓ ਭਲੋ ਬਣਾਵਾ। ਉਹਨੂੰ ਕੱਢ ਕਰਨਾ ਕੀਤਾ ਹੈ। ਪੰਕ ਸੰਗ ਪਟ ਭਏ ਮਲੀਨਾ। ਪੰਕ ਭਾਵ ਕੇ ਗੰਦਗੀ ਦੇ ਨਾਲ ਜੋ ਕਿਚੜ ਜਿਹੜਾ ਸੀ, ਉਹਦੇ ਨਾਲ ਬਾਬਾ ਲਹਿਣਾ ਜੀ ਦੇ ਬਸਤਰ ਮਲੀਨ ਹੋ ਗਏ। ਅੰਗ ਨ ਲਗਿਓ ਜਾਤ ਨਹਿ ਚੀਨਾ। ਲੇਕਿਨ ਇਹ ਨਹੀਂ ਵੇਖਿਆ ਕਿ ਭਾਈ ਮੇਰਾ ਅੰਗ ਮਲੀਨ ਹੋ ਗਿਆ, ਮੇਰੇ ਬਸਤਰ ਮਲੀਨ ਹੋ ਗਏ, ਉਹਨਾਂ ਦੀ ਪਰਵਾਹ ਨਹੀਂ ਕਰਨੀ ਕੀਤੀ। ਸਰਬ ਬਿਲੋਕ ਬਿਸਮਤਾ ਠਾਨੀ। ਤੇ ਸਾਰਿਆਂ ਨੇ ਵੇਖ ਕਰਕੇ ਇਹ ਕੌਤਕ ਜਿਹੜਾ, ਇਹ ਨਜ਼ਾਰਾ ਵੇਖ ਕਰਕੇ, ਸੱਚਮੁੱਚ ਵੇਖ ਕਰਕੇ ਸਾਰੇ ਵਿਸਮਿਤ ਹੋ ਗਏ। ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਬੇਸ਼ੱਕ ਸਤਿਗੁਰੂ ਮਹਾਰਾਜ ਜੀ ਦਾ ਬਚਨ ਇਸ ਤਰ੍ਹਾਂ ਮੰਨਣਾ ਚਾਹੀਦਾ ਹੈ। ਇਹ ਮਹਾਰਾਜ ਜੀ ਨੇ ਪਰਖ ਪਾਈ, ਆਪਾਂ ਸਾਰੇ ਪਿੱਛੇ ਰਹਿ ਗਏ, ਸਾਰੇ ਫੇਲ ਹੋ ਗਏ, ਗੁਰੂ ਪੁੱਤਰ ਵੀ ਫੇਲ ਹੋ ਗਏ, ਲੇਕਿਨ ਬਾਬਾ ਲਹਿਣਾ ਜੀ ਇਸ ਪ੍ਰੀਖਿਆ ਦੇ ਵਿੱਚ ਵੀ ਪਾਸ ਹੋ ਗਏ। ਇਹ ਵੇਖ ਕਰਕੇ ਸਾਰੇ ਲੋਕ ਅਚਰਜਤਾ ਨੂੰ ਧਾਰਨ ਕਰਦੇ। ਉਹਨਾਂ ਨੂੰ ਲੱਗਦਾ ਸੀ ਕਿ ਇਹ ਕੰਮ ਕਿ ਗੰਦਗੀ ਦੇ ਵਿੱਚ ਵੜ ਕਰਕੇ ਭਾਂਡਾ ਕੱਢਣਾ ਕੋਈ ਨਹੀਂ ਕਰ ਸਕਦਾ। ਮਨ ਵਿੱਚ ਤਾਂ ਇਹੀ ਸੋਚਦੇ ਕਿ ਮਹਾਰਾਜ ਜੀ ਦਾ ਬਚਨ ਖਾਲੀ ਚੱਲ ਜਾਵੇਗਾ, ਲੇਕਿਨ ਬਾਬਾ ਲਹਿਣਾ ਜੀ ਨੇ ਮਹਾਰਾਜ ਜੀ ਦਾ ਬਚਨ ਖਾਲੀ ਨਹੀਂ ਜਾਣ ਦਿੱਤਾ। ਬਚਨ ਕੀਤਾ ਤੇ ਉਸੇ ਵੇਲੇ ਛਾਲ ਮਾਰ ਕਰਕੇ ਭਾਂਡਾ ਬਾਹਰ ਲੈ ਕੇ ਆਏ। ਧੰਨ ਧੰਨ ਕਹਿ ਕੇ ਤਕਬਾਨੀ। ਤੇ ਜਦੋਂ ਲੈ ਕੇ ਆਏ, ਭਾਂਡਾ ਲਿਆ ਕਰਕੇ ਮਹਾਰਾਜ ਜੀ ਦੇ ਹਜ਼ੂਰ ਪੇਸ਼ ਕਰਨਾ ਕੀਤਾ। ਸਾਰੀਆਂ ਸੰਗਤਾਂ ਨੇ ਹੱਥ ਜੋੜ ਕਰਕੇ ਉਚਾਰਨ ਕੀਤਾ, ਧੰਨ ਬਾਬਾ ਲਹਿਣਾ ਜੀ। ਆਪਾਂ ਵੀ ਉਚਾਰਨ ਕਰਨਾ ਕਰੀਏ, ਧੰਨ ਬਾਬਾ ਲਹਿਣਾ ਜੀ, ਧੰਨ ਬਾਬਾ ਲਹਿਣਾ ਜੀ। ਸਾਰੇ ਉਹਨਾਂ ਨੂੰ ਧੰਨਤਾ ਦੇ ਯੋਗ ਕਹਿੰਦੇ ਹਨ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸੁਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਦਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। हे ठाकुर होंदा सरो, मैं निर्गुण गुण नहीं कोय। नानक दीजै नाम दान, राखों हिया परोए। आए प्रभ शरणागति, कृपा निध दयाल। एक अखर हर मन बसाता, नानक होत निहाल। वाहिगुरु नाम जहाज है, चढ़ै सो उतरै पार। जो शरधा कर सेवंदे, गुर पार उतारण हार। कथा निता प्रत होत है, सुनहो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। एक ओंकार सतनाम करता पुरख, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ।
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕਾ ਹੋਸੀ ਭੀ ਸਾਚਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ, ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸੁਮਾਤਾ ਹੈ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ